ਭਾਰਤੀ ਸੰਵਿਧਾਨ ਦਾ ਪਹਿਲਾ ਬਲਾਤਕਾਰ 1947 ਜੀ ਚ ਜੀ ਹੋਇਆ ਤੇ ਜੀ ਜੀ ਇੰਨਾ ਸਖਤ ਸ਼ਬਦ ਤੁਸੀਂ ਇਹ ਵਰਤਿਆ, ਇਹਦੀ ਵਜ੍ਹਾ ਕੀ ਹੈ? 13 ਦਸੰਬਰ 1947 ਨੂੰ ਜਵਾਹਰ ਲਾਲ ਨਹਿਰੂ ਨੇ ਇੱਕ ਫੰਡਾਮੈਂਟਲ ਮਤਾ, ਮੁੱਢਲਾ ਮਤਾ ਪੜ੍ਹਿਆ ਤੇ ਜਦੋਂ 15 ਅਗਸਤ ਆਈ, 15 ਅਗਸਤ ਤੋਂ ਬਾਅਦ ਸਾਰਾ ਕੁਝ ਇਹਨਾਂ ਨੇ ਬਦਲਤਾ ਕਿ ਜਿਹੜਾ ਕੁਝ ਅਸੀਂ ਸਾਰੀ 2 ਸਦੀਆਂ ਦੀ ਡਿਵੈਲਪਮੈਂਟ ਸੀ ਕਨਸਟੀਟਿਊਸ਼ਨ ਦੀ, ਉਹ ਇੱਕਦਮ ਉਲਟਾ ਕੇ ਤੇ ਸਿਰ ਪਰਨੇ ਖੜੀ ਕਰ ਦਿੱਤੀ ਗਈ। ਤਾਂ ਇਹ ਬਲਾਤਕਾਰ ਕਰਨ ਦੇ ਬਰਾਬਰ ਹੀ ਸੀ। ਸਾਡੇ ਬਰਖਲਾਫ ਇਹਨਾਂ ਨੇ ਇੰਨਾ ਪ੍ਰੋਪੇਗੈਂਡਾ ਕੀਤਾ ਹੋਇਆ ਹੈ ਔਰ ਦੁਸ਼ਪ੍ਰਚਾਰ ਕਰਕੇ ਇਹਨਾਂ ਨੇ ਸਾਨੂੰ ਥਾਂ ਥਾਂ ਦੇ ਉੱਤੇ ਬਦਨਾਮ ਕੀਤਾ ਹੋਇਆ ਹੈ। ਸਾਨੂੰ ਇੱਥੇ ਕੁੱਟ ਰਹੇ ਆ, ਮਾਰ ਰਹੇ ਆ, ਇਸ ਨੂੰ ਇੱਕ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਹੁਕਮ ਸਿੰਘ ਸਾਡਾ ਰਿਪਰੈਜ਼ੈਂਟੇਟਿਵ ਉੱਥੇ ਪਹੁੰਚ ਚੁੱਕਿਆ ਸੀ ਔਰ ਉਸਨੇ ਕਿਹਾ ਕਿ ਪਾਕਿਸਤਾਨ ਕਰੂਡ ਤਰੀਕੇ ਨਾਲ, ਬੜੇ ਰਫ ਜਿਹੇ ਤਰੀਕੇ ਨਾਲ ਆਪਣੀ ਮਾਈਨੋਰਿਟੀਜ਼ ਨੂੰ ਖਤਮ ਕਰ ਰਿਹਾ ਹੈ ਤੇ ਤੁਸੀਂ ਬੜੇ ਸੋਫਿਸਟੀਕੇਟਡ ਤਰੀਕੇ ਨਾਲ, ਲੁਕਵੇਂ ਤਰੀਕੇ ਨਾਲ ਸਾਨੂੰ ਖਤਮ ਕਰਨਾ ਚਾਹੁੰਦੇ ਹੋ ਕਿ ਇਹਨਾਂ ਦੀ ਹਿੰਦੂ ਧਰਮ ਦੀ ਵੰਨਗੀ ਜਿਹੜੀ ਹੈਗੀ ਉਹੀ ਡਿਫੈਕਟਿਵ ਹੈ। ਉਹ ਇਹਨਾਂ ਨੇ ਔਰੰਗਜ਼ੇਬ ਦੀ ਨਕਲ ਕਰਕੇ ਇਸਲਾਮ ਦੇ ਬੇਸ ਦੇ ਉੱਤੇ ਹਿੰਦੂ ਧਰਮ ਬਣਾ ਲਿਆ। ਇਹਨਾਂ ਲੋਕਾਂ ਨੇ ਬਾਰਡਰ ਦੇ ਉੱਤੇ ਕੌਨਫਲਿਕਟ ਸਿਚੁਏਸ਼ਨ ਪੈਦਾ ਕਰਨਾ ਸੀ ਜਿਹਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਮਿਲ ਗਿਲ ਨਾ ਸਕੀਏ ਔਰ ਅਸੀਂ ਦੁਸ਼ਮਣ ਸਮਝੀਏ ਜਿਹੜੇ ਆਪਣੇ ਭਰਾ ਕੱਲ ਸਾਡੇ ਨਾਲ ਰਹਿੰਦੇ ਸੀ, ਜਿਨ੍ਹਾਂ ਦੇ ਨਾਲ ਅਸੀਂ ਸਦੀਆਂ ਤੋਂ ਰਹਿੰਦੇ ਆਏ ਸੀ ਉਧਰਲੇ ਪਾਸੇ, ਉਹਨਾਂ ਨੂੰ ਦੁਸ਼ਮਣ ਸਮਝੀਏ ਤੇ ਉਹ ਸਾਨੂੰ ਦੁਸ਼ਮਣ ਸਮਝਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਤੁਸੀਂ ਦੇਖ ਰਹੇ ਹੋ ਟੀਵੀ 84 ਦਾ ਖਾਸ ਪ੍ਰੋਗਰਾਮ ਗੁਫ਼ਤਗੂ। ਅਸੀਂ ਜਿਵੇਂ ਹਰ ਵਾਰ ਕਿਸੇ ਨਵੇਂ ਮਸਲੇ ਦੇ ਨਾਲ, ਕਿਸੇ ਨਵੇਂ ਸੱਜਣ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਅੱਜ ਵੀ ਅਸੀਂ ਇੱਕ ਮਸਲੇ ਤੇ ਖਾਸ ਗੱਲਬਾਤ ਕਰਾਂਗੇ। ਸੋ ਜਿਹੜਾ ਮਸਲਾ ਅਸੀਂ ਅੱਜ ਛੂਹਣ ਜਾ ਰਹੇ ਹਾਂ ਉਹ ਸਿੱਖਾਂ ਦੀ ਸਿਆਸਤ ਨਾਲ ਜੁੜਿਆ ਹੋਇਆ ਹੈ। ਸਿੱਖਾਂ ਦੀ ਸਿਆਸਤ ਦੀ ਗੱਲ ਕਰਨੀ ਹੋਵੇ ਤਾਂ ਸਿੱਖਾਂ ਨੇ ਜਦੋਂ ਤੋਂ ਮੌਜੂਦਾ ਭਾਰਤੀ ਨਿਜ਼ਾਮ ਬਣਿਆ, ਇਸ ਨਿਜ਼ਾਮ ਦੇ ਵਿੱਚ ਨਸਲਕੁਸ਼ੀਆਂ ਵੀ ਹਟਾਈਆਂ ਨੇ। ਉਸ ਤੋਂ ਬਾਅਦ ਪ੍ਰਵਾਸ ਦਾ ਇੱਕ ਵੱਡਾ ਦੌਰ ਅੱਜ ਸਿੱਖਾਂ ਦੇ ਵਿੱਚ, ਜੇ ਸਿੱਖ ਸਮਾਜ 'ਚ ਦੇਖਣਾ ਹੋਵੇ, ਚੱਲ ਰਿਹਾ ਹੈ। ਇਹ ਸਾਰੇ ਹੀ ਸਮੇਂ ਦੇ ਵਿੱਚ ਸਿੱਖ ਸਿਆਸਤ ਜਿਹੜੀ ਆ ਉਹ ਇੱਕ ਵੱਡੀ ਖੜੋਤ 'ਚ ਅੱਜ ਨਜ਼ਰ ਆ ਰਹੀ ਆ ਤੇ ਇਹ ਸਾਰੀ ਜਿਹੜੀ 1984 ਦਾ ਸਮਾਂ ਹੋਵੇ, ਉਸ ਸਮੇਂ ਨੂੰ ਆਪਣੇ ਸਾਹਮਣੇ ਦੇਖਣ ਵਾਲੇ ਤੇ ਉਸ ਦੌਰ ਦੀ ਸਿੱਖ ਸਿਆਸਤ ਦੇ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਤੇ ਅੱਜ ਦੇ ਸਮੇਂ ਦੀ ਜੋ ਸਿੱਖ ਸਿਆਸਤ ਆ ਉਸ ਨੂੰ ਦੇਖਣ ਵਾਲੇ ਤੇ ਉਸ ਦੇ ਉੱਤੇ ਲਗਾਤਾਰ ਲਿਖਤਾਂ ਲਿਖਣ ਵਾਲੇ ਸਰਦਾਰ ਗੁਰਤੇਜ ਸਿੰਘ ਜੀ ਅੱਜ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਸ਼ਾਮਲ ਹੋਣਗੇ ਤੇ ਅਸੀਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਸਮੇਂ ਬਾਰੇ ਉਹ ਕੀ ਸੋਚ ਰਹੇ ਨੇ, ਉਹ ਕੀ ਨਜ਼ਰੀਆ ਰੱਖ ਰਹੇ ਨੇ। ਤੇ ਮੈਂ ਸਰਦਾਰ ਗੁਰਤੇਜ ਸਿੰਘ ਜੀ ਹੋਰਾਂ ਦਾ ਆਪਣੇ ਇਸ ਪ੍ਰੋਗਰਾਮ ਵਿੱਚ ਸਵਾਗਤ ਕਰਦਾ। ਸਰਦਾਰ ਗੁਰਤੇਜ ਸਿੰਘ ਜੀ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਤੇਜ ਸਿੰਘ ਜੀ, ਮੈਂ ਤੁਹਾਡੇ ਨਾਲ ਇੰਟਰਵਿਊ ਕਰਨ ਦਾ ਜਿਹੜਾ ਮੇਰਾ ਇਹ ਵਿਚਾਰ ਬਣਿਆ, ਉਹ ਤੁਹਾਡੇ ਮੈਂ ਲੇਖ ਪੜ੍ਹੇ ਨੇ, ਜੋ ਹੁਣ ਤੁਸੀਂ ਇਹ 2 ਲੇਖ ਜੋ ਆਪਣੇ ਫੇਸਬੁੱਕ ਤੇ ਸਾਂਝੇ ਕੀਤੇ ਆ, ਜੋ ਨਵੇਂ ਲਿਖੇ ਆ। ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਜਿਹੜਾ ਆ ਉਹ ਉਹਨਾਂ ਲੇਖਾਂ 'ਚ ਹੀ ਮੈਂ ਮਤਲਬ ਲੈ ਰਿਹਾ ਕਿ ਤੁਸੀਂ ਇੱਕ ਸ਼ਬਦ ਵਰਤਿਆ ਕਿ ਭਾਰਤੀ ਸੰਵਿਧਾਨ ਦਾ ਪਹਿਲਾ ਬਲਾਤਕਾਰ 1947 ਚ ਹੋਇਆ ਤੇ ਇੰਨਾ ਸਖਤ ਸ਼ਬਦ ਤੁਸੀਂ ਇਹ ਵਰਤਿਆ, ਇਹਦੀ ਵਜ੍ਹਾ ਕੀ ਹੈ? ਦੇਖੋ ਜੀ, ਗੱਲ ਇਹ ਹੈਗੀ ਕਿ ਜਿਹੜੀ ਭਾਰਤ ਦਾ ਸੰਵਿਧਾਨ ਸ਼ੁਰੂ ਤੋਂ ਚੱਲਿਆ ਸੀ, ਜਿਸ ਤਰ੍ਹਾਂ ਇਹਦੀ ਡਿਵੈਲਪਮੈਂਟ ਹੋਈ ਸੀ ਕੁਈਨ ਦੇ ਟੇਕ ਓਵਰ ਕਰਨ ਤੋਂ ਬਾਅਦ 1860 ਤੋਂ, ਤੇ ਉਸ ਤੋਂ ਬਾਅਦ ਜਿੰਨੀਆਂ ਵੀ ਗਵਰਨਮੈਂਟ ਆਫ ਇੰਡੀਆ ਐਕਟਸ ਆਈਆਂ ਸਨ, 1862 ਦੀ ਸੀ, 1919 ਦੀ ਡਾਇਰਕੀ ਵਾਲੀ ਸੀ, ਜਾਂ ਜਿੰਨੀਆਂ ਵੀ ਗਵਰਨਮੈਂਟ ਐਕਟਸ 1946 ਤੱਕ ਲਗਾਤਾਰ ਆਈਆਂ ਸਨ, ਉਹਨਾਂ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਸੀ ਇੱਕ ਫੈਡਰਲ ਕਨਸਟੀਟਿਊਸ਼ਨ ਦੀ, ਫੈਡਰਲ ਆਈਨ ਦੀ, ਜਿਹਦੇ ਵਿੱਚ ਸਟੇਟ ਸੋਵਰਨ ਹੋਣਗੇ ਤੇ ਉਹ ਆਪਣੇ ਅਧਿਕਾਰ ਕੁਝ ਆਪਣੀ ਮਰਜ਼ੀ ਦੇ ਨਾਲ ਕੇਂਦਰ ਨੂੰ ਦੇਣਗੇ ਤਾਂ ਕਿ ਉਹ ਸਾਰੇ ਇਕੱਠੇ ਰਹਿ ਸਕਣ ਤੇ ਉਹਨਾਂ ਦੀ ਜਿਹੜੀ ਸੋਵਰਨਟੀ ਹੋਏਗੀ ਉਹ ਪ੍ਰੋਟੈਕਟਡ ਹੋਏਗੀ ਔਰ ਉਸ ਦੇ ਵਾਸਤੇ ਖਾਸ ਇੰਤਜ਼ਾਮ ਕੀਤਾ ਜਾਏਗਾ। ਇਹ ਸਾਰੀ ਇਸ ਕਨਸਟੀਟਿਊਸ਼ਨ ਡਿਵੈਲਪਮੈਂਟ ਦਾ ਸਾਰ ਸੀਗਾ।
ਔਰ 14 ਅਗਸਤ 1947 ਤੱਕ ਇਹ ਇਸ ਤਰ੍ਹਾਂ ਹੀ ਹੁੰਦਾ ਰਿਹਾ। ਜਿਸ ਵੇਲੇ 13 ਦਸੰਬਰ 9 ਦਸੰਬਰ ਨੂੰ ਮੀਟਿੰਗ ਹੋਈ ਹੈ ਪਹਿਲੀ ਕੌਂਸਟੀਟਿਊਂਟ ਅਸੈਂਬਲੀ ਦੀ, 13 ਦਸੰਬਰ 1947 ਨੂੰ ਜਵਾਹਰ ਲਾਲ ਨਹਿਰੂ ਨੇ ਇੱਕ ਫੰਡਾਮੈਂਟਲ ਮਤਾ, ਮੁੱਢਲਾ ਮਤਾ ਪੜ੍ਹਿਆ। ਉਹਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਸਨ ਕੌਂਸਟੀਟਿਊਸ਼ਨ ਡਿਵੈਲਪਮੈਂਟ ਦੇ ਵਿੱਚ, ਜਿਹੜੀਆਂ ਸਾਹਮਣੇ ਆਈਆਂ ਸਨ, ਉਹਨਾਂ ਨੂੰ ਰੀਅਫਰਮ ਕੀਤਾ। ਉਸਨੇ ਕਿਹਾ ਜੀ ਕਿ ਇਹਨਾਂ ਦੇ ਉੱਤੇ ਅਸੀਂ ਵਚਨਬੱਧ ਹਾਂ, ਔਰ ਬੜੇ ਉਸਨੇ ਬੰਬਾਸਟਿਕ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਕਿ ਸਾਡੇ ਵਾਸਤੇ ਸਹੁੰ ਹੈ, ਇਸ ਨੂੰ ਖੜੇ ਹੋ ਕੇ ਪ੍ਰਵਾਨ ਕਰੋ, ਇਸ ਮਤੇ ਨੂੰ, ਇਹ ਸਿਰਫ ਹੱਥ ਖੜੇ ਕਰਕੇ ਨਹੀਂ ਕਰਨਾ, ਇਹ ਸਾਡਾ ਕਾਲ ਹੈ ਲੋਕਾਂ ਦੇ ਨਾਲ, ਜਿਹਨੂੰ ਅਸੀਂ ਪਾਲਣ ਜਾ ਰਹੇ ਹਾਂ, ਇਹ ਕਰਨ ਜਾ ਰਹੇ ਹਾਂ, ਉਹ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ 17-18 ਅਪ੍ਰੈਲ ਨੂੰ ਇਹਨਾਂ ਦੀ ਮੀਟਿੰਗ ਹੋਈ ਕਿ ਇਹਨਾਂ ਨੂੰ ਜਿਹੜੀਆਂ ਘੱਟ ਗਿਣਤੀਆਂ ਹਨਗੀਆਂ, ਇਹਨਾਂ ਨੂੰ ਕੀ ਅਧਿਕਾਰ ਦੇਣੇ ਨੇ। ਉਹ ਅਧਿਕਾਰ ਡਿਫਾਈਨ ਹੋਏ, ਜਿਹਦੇ ਵਿੱਚ ਇਹ ਸੀ ਕਿ ਸੂਬੇ ਖੁਦ ਮੁਖਤਿਆਰ ਹੋਣਗੇ, ਸਿਰਫ ਆ ਕਮਿਊਨੀਕੇਸ਼ਨ ਤੇ ਜਿਹੜੀਆਂ ਇਹ ਇੱਕ ਦੋ ਚੀਜ਼ਾਂ ਹੈਗੀਆਂ, ਕਰੰਸੀ, ਤੇ ਇਹ ਇਹਨਾਂ ਦੇ ਕੇਂਦਰ ਦੇ ਅਧਿਕਾਰ ਦੇ ਵਿੱਚ ਹੋਏਗਾ। ਬਾਕੀ ਸਾਰੇ ਤਿੰਨ ਇਹਨਾਂ ਨੂੰ ਸ਼ਕਤੀਆਂ ਨੂੰ ਛੱਡ ਕੇ ਬਾਕੀ ਸਾਰੇ ਅਧਿਕਾਰ ਸੂਬਿਆਂ ਦੇ ਕੋਲ ਹੋਣਗੇ। ਔਰ ਰੈਜ਼ੀਡਿਊਰੀ ਪਾਵਰਸ ਹੁੰਦੀਆਂ ਜਿਹੜੀਆਂ ਸਾਨੂੰ ਪਤਾ ਨਹੀਂ, ਅੱਜ ਸਾਨੂੰ ਕੱਲ ਨੂੰ, ਹੁਣ ਜਿਵੇਂ ਟੈਲੀਕਮਿਊਨੀਕੇਸ਼ਨ ਦੀ ਡਿਵੈਲਪਮੈਂਟ ਹੋ ਗਈ ਉਸ ਤੋਂ ਬਾਅਦ, ਤਾਂ ਇਹ ਰੈਜ਼ੀਡਿਊਰੀ ਪਾਵਰਸ ਹੁੰਦੀਆਂ ਜਿਹੜੀਆਂ ਕਿਹਦੇ ਕੋਲ ਹੋਣਗੀਆਂ, ਉਹ ਵੀ ਇਹ ਸੀ ਕਿ ਸਟੇਟਸ ਦੇ ਕੋਲ ਹੋਣਗੀਆਂ, ਕਿਉਂਕਿ ਸਟੇਟਸ ਸੋਵਰਨ ਹੋਣਗੇ। ਤੇ ਇਹ ਹੁੰਦੀਆਂ ਹੀ ਇਸ ਤਰ੍ਹਾਂ ਹੈ ਕਿ ਜੇ ਜਿਹਨਾਂ ਉਸ ਦੇ ਕੋਲ ਹੀ ਰੈਜ਼ੀਡਿਊਰੀ ਪਾਵਰਸ ਹੁੰਦੀਆਂ। ਸੋ ਇਹ ਸਾਰਾ ਕੁਝ ਤੈਅ ਕਰ ਦਿੱਤਾ ਗਿਆ, ਮਸ਼ੀਨਰੀ ਬਣਾ ਦਿੱਤੀ ਗਈ ਕਿ ਇੱਕ ਇਸ ਤਰ੍ਹਾਂ ਦੇ ਆਫੀਸਰਸ ਬਣਾਏ ਜਾਣਗੇ ਜਿਹੜੇ ਕਿ ਦੇਖਣਗੇ ਕਿ ਇਹ ਸਾਰਾ ਕੁਝ ਲਾਗੂ ਹੋ ਰਿਹਾ ਹੈ। ਇਹਨਾਂ ਨੂੰ ਮਾਈਨੋਰਿਟੀਜ਼ ਨੂੰ ਜਾਂ ਜਿਹੜੇ ਦੂਸਰੇ ਘੱਟ ਗਿਣਤੀ ਨੇਸ਼ਨ ਹਨਗੇ, ਇਹਨਾਂ ਨੂੰ ਅਸੈਂਬਲੀ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਹੋਰ ਜਗ੍ਹਾ ਦੇ ਉੱਤੇ ਰਾਖਵੀਆਂ ਸੀਟਾਂ ਮਿਲਣਗੀਆਂ, ਕਮਿਊਨਲ ਰਿਪਰੈਜ਼ੈਂਟੇਸ਼ਨ ਹੋਏਗਾ। ਇਹ ਆਪਣੇ ਲੋਕ ਆਪ ਚੁਣਨਗੇ, ਆਪਣੇ ਨੁਮਾਇੰਦੇ ਆਪ ਚੁਣਨਗੇ, ਯਾਨੀ ਕਿ ਇਹਨਾਂ ਦੇ ਨੁਮਾਇੰਦੇ ਚੁਣਨ ਵਾਸਤੇ ਕੋਈ ਦੂਸਰੇ ਧਰਮ ਦਾ ਵੋਟ ਨਹੀਂ ਪਾਏਗਾ। ਫਿਰ ਇਹਨਾਂ ਦੇ ਵਾਸਤੇ ਸਰਵਿਸਿਜ਼ ਦੇ ਵਿੱਚ ਇੰਨੇ ਪੋਸਟ ਰਿਜ਼ਰਵ ਹੋਣਗੇ। ਇਹ ਸਾਰਾ ਕੁਝ ਤੈਅ ਹੋ ਗਿਆ ਔਰ ਅਗਸਤ ਤੱਕ ਇਹ ਸਾਰਾ ਕੁਝ ਕੌਂਸਟੀਟਿਊਸ਼ਨ ਦਾ ਪਾਰਟ ਬਣ ਗਿਆ। ਸੋ ਪਹਿਲੀ ਡਰਾਫਟ ਜਿਹੜੀ ਕੌਂਸਟੀਟਿਊਸ਼ਨ ਦੀ ਹੋਈ ਪ੍ਰਵਾਨ, ਉਹਦੇ ਵਿੱਚ 14ਵੇਂ ਹਿੱਸੇ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਤੇ ਜਦੋਂ 15 ਅਗਸਤ ਆਈ, 15 ਅਗਸਤ ਤੋਂ ਬਾਅਦ ਸਾਰਾ ਕੁਝ ਇਹਨਾਂ ਨੇ ਬਦਲਤਾ। ਉਸ ਤੋਂ ਬਾਅਦ ਇਹਨਾਂ ਨੇ ਉਸ ਨੂੰ ਪੈਰਾਂ ਦੇ ਉੱਤੇ ਖੜੀ ਕੌਂਸਟੀਟਿਊਸ਼ਨ ਨੂੰ ਚੁੱਕ ਕੇ ਸਿਰ ਪਰ ਨਹੀਂ ਕਰਤਾ, ਸਾਰੇ ਅਧਿਕਾਰ ਕੇਂਦਰ ਦੇ ਕੋਲ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ ਔਰ ਸੈਂਟਰਲਾਈਜ਼ ਕਰਤਾ। ਸੋ ਇਸ ਕਰਕੇ ਮੈਂ ਕਹਿਣਾ ਕਿ ਜਿਹੜਾ ਕੁਝ ਅਸੀਂ ਸਾਰੀ 2 ਸਦੀਆਂ ਦੀ ਡਿਵੈਲਪਮੈਂਟ ਸੀ ਕੌਂਸਟੀਟਿਊਸ਼ਨ ਦੀ, ਉਹ ਇੱਕਦਮ ਉਲਟਾ ਕੇ ਤੇ ਸਿਰ ਪਰਨੇ ਖੜੀ ਕਰ ਦਿੱਤੀ ਗਈ, ਤਾਂ ਇਹ ਬਲਾਤਕਾਰ ਕਰਨ ਦੇ ਬਰਾਬਰ ਹੀ ਸੀ। ਬਿਲਕੁਲ ਜੀ, ਜਿਵੇਂ ਤੁਸੀਂ ਇਹ ਗੱਲ ਦੱਸੀ ਆ ਕਿ ਜਿਹੜਾ ਇਹ ਵਾਅਦਾ ਕੀਤਾ ਗਿਆ ਸੀ ਜਾਂ ਜਿਹੜਾ ਕੌਲ ਕੀਤਾ ਗਿਆ ਸੀ ਕਾਂਗਰਸੀ ਆਗੂਆਂ ਵੱਲੋਂ, ਉਹ ਜਿਵੇਂ ਤੋੜਿਆ ਗਿਆ, ਤੇ ਇਹ ਸਾਰੀ ਗੱਲ ਆਮ ਤੌਰ ਤੇ ਸਾਡੇ ਸਾਹਮਣੇ ਆਉਂਦੀ ਰਹੀ ਆ ਕਿ ਜਿਹੜੇ ਮਤਲਬ ਬਾਅਦ ਵਿੱਚ ਸਿੱਖਾਂ ਦੇ ਨਾਲ ਧੋਖੇ ਹੋਏ ਨੇ ਜਾਂ ਫਿਰ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਬਣਾਇਆ ਗਿਆ। ਪਰ ਤੁਸੀਂ ਨਵੀਂ ਗੱਲ ਦੱਸੀ ਆ, ਤੇ ਇਹਦੇ ਸ਼ਾਇਦ ਤੁਸੀਂ ਇਹ ਵੀ ਇਹ ਲੇਖ ਦੇ ਵਿੱਚ ਲਿਖਿਆ ਕਿ ਜਿਹੜੇ ਸਿੱਖ ਨੁਮਾਇੰਦੇ ਸੀ ਉਹ 14 ਇਸੇ ਵਾਅਦੇ ਦੇ ਆਧਾਰ ਤੇ ਉਹ ਕੌਂਸਟੀਚੁਐਂਟ ਅਸੈਂਬਲੀ ਦਾ ਹਿੱਸਾ ਬਣੇ ਸੀ, ਪਰ ਬਾਅਦ ਵਿੱਚ ਮੁੱਕਰ ਗਏ। ਤੇ ਹੁਣ ਲੰਮਾ ਦੌਰ ਆ ਜਿਹੜਾ ਉਸ ਤੋਂ ਬਾਅਦ ਚੱਲਿਆ, 1984 ਵੀ ਵਿੱਚ ਆਇਆ ਕਿ ਜਿਹੜਾ ਸੰਵਿਧਾਨ ਦੇ ਵਿੱਚ ਵਾਅਦੇ ਕੀਤੇ ਸੀ ਉਸ ਤੋਂ ਮੁੱਕਰ ਗਏ। ਉਹ ਸਾਰਾ ਇੱਕ ਲੰਮੀ ਕਹਾਣੀ ਆ, ਮੈਂ ਉਹਦੇ ਵੱਲ ਨਾ ਜਾਵਾਂ, ਮੈਂ ਅੱਜ ਦੇ ਸਮੇਂ ਤੇ ਆਵਾਂ। ਬੜੀਆਂ ਤੁਸੀਂ ਗੱਲਾਂ, ਤੁਸੀਂ ਇੰਟਰਵਿਊਜ਼ ਕਰ ਚੁੱਕੇ ਹੋ, ਤੁਸੀਂ ਕਿਤਾਬਾਂ ਲਿਖ ਚੁੱਕੇ ਹੋ, ਤਾਂ ਅੱਜ ਦਾ ਜੋ ਇਹ ਸਮਾਂ ਚੱਲ ਰਿਹਾ ਹੈ ਜਿੱਥੇ ਭਾਰਤ ਦੇ ਉੱਤੇ ਮੋਦੀ ਸਰਕਾਰ ਜਿਹੜੀ ਆ ਉਹ ਸ਼ਾਸਨ ਕਰ ਰਹੀ ਆ, ਜਿਹਨੂੰ ਦੁਨੀਆ ਦੇ ਵੱਡੇ ਅਦਾਰੇ ਅਨਡੈਮੋਕ੍ਰੈਟਿਕ ਕਹਿ ਰਹੇ ਆ, ਫਾਸਿਸਟ ਰਜੀਮ ਤੱਕ ਕਹਿ ਰਹੇ ਆ, ਤੇ ਉੱਥੇ ਕਿਸਾਨ ਸੰਘਰਸ਼ ਦੇ ਵਿੱਚ ਸਿੱਖਾਂ ਦਾ ਉਭਾਰ ਜਿਹੜਾ ਆ ਉਹਨੇ ਸਾਰੀ ਦੁਨੀਆ ਦੇ ਵਿੱਚ ਆਪਣੀ ਇੱਕ ਸਿਆਸੀ ਹੋਣ ਦਾ ਦਾਅਵਾ ਫੇਰ ਮੁੜ ਕੇ ਪੇਸ਼ ਕੀਤਾ ਆ। ਤਾਂ ਜਿਹੜਾ ਇਹ ਸਾਰਾ ਵਰਤਾਰਾ ਚੱਲ ਰਿਹਾ ਆ, ਤਾਂ ਇਹਦੇ ਵਿੱਚ
ਭਵਿੱਖ ਦੀਆਂ ਕੁਝ ਸੰਭਾਵਨਾਵਾਂ ਨੇ ਕਿ ਭਵਿੱਖ ਵਿੱਚ ਕੁਝ ਚੰਗਾ ਵਾਪਰ ਸਕਦਾ, ਤਾਂ ਪਰ ਉਹਦੇ ਲਈ ਇਹ ਤੈਅ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਕਿ ਤੁਹਾਡੇ ਏਜੰਡੇ ਕੀ ਹੋਣ, ਤੁਹਾਡੇ ਮੁੱਦੇ ਕੀ ਹੋਣ। ਤੁਸੀਂ ਅੱਜ ਜਿਹੜੀ ਸਿੱਖ ਸਿਆਸਤ ਆ ਜਾਂ ਸਿੱਖਾਂ ਦੀ ਪੋਲਿਟਿਕਸ ਆ, ਉਹਦੇ ਲਈ ਤੁਸੀਂ ਏਜੰਡੇ ਕੀ ਮੰਨ ਰਹੇ ਹੋ ਕਿ ਕਿਹੜੇ ਏਜੰਡੇ ਆ ਜਿਨ੍ਹਾਂ ਦੇ ਉੱਤੇ ਸਿੱਖਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ? ਸੁਖਵਿੰਦਰ ਜੀ, ਅੱਜ ਜਿਹੜੀ ਸਾਡੀ ਪੋਜੀਸ਼ਨ ਹੈ, ਇਹ ਇਤਿਹਾਸ ਦੇ ਵਿੱਚ ਬੜੀ ਥੋੜੀ ਵਾਰੀ, ਪਹਿਲਾਂ ਇੱਕ ਦੋ ਵਾਰੀ ਇਸ ਤਰ੍ਹਾਂ ਦੀ ਪੋਜੀਸ਼ਨ ਹੋਈ ਹੈ ਜਦੋਂ ਕਿ ਅਸੀਂ ਆਪਣੀ ਗੱਲ ਕਹਿ ਸਕਦੇ ਸੀ। ਸਾਡੇ ਬਰਖਲਾਫ ਇਹਨਾਂ ਨੇ ਇੰਨਾ ਪ੍ਰੋਪੇਗੈਂਡਾ ਕੀਤਾ ਹੋਇਆ ਹੈ ਔਰ ਦੁਸ਼ਪ੍ਰਚਾਰ ਕਰਕੇ ਇਹਨਾਂ ਨੇ ਸਾਨੂੰ ਥਾਂ ਥਾਂ ਦੇ ਉੱਤੇ ਬਦਨਾਮ ਕੀਤਾ ਹੋਇਆ ਹੈ। ਇਹ ਲੋਕ ਜਿਹੜੀ ਉੱਥੇ ਰਾਜ ਕਰਦੀ ਜੁੰਡਲੀ ਹੈ, ਉਸ ਦੀ ਗੱਲ ਕਰ ਰਿਹਾ ਮੈਂ। ਉਹ ਜਿਹੜੀ ਜੁੰਡਲੀ ਹੈਗੀ ਰਾਜ ਕਰਨ ਵਾਲੀ, ਉਸਨੇ ਮੀਡੀਆ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਤੇ ਸਾਨੂੰ ਬੜੇ ਗਲਤ ਲਫ਼ਜ਼ਾਂ ਦੇ ਵਿੱਚ ਗਲਤ ਇਮੇਜ ਸਾਡੀ ਬਣਾ ਕੇ ਸਾਰੇ ਸੰਸਾਰ ਦੇ ਵਿੱਚ, ਔਰ ਸਾਨੂੰ ਇੱਥੇ ਕੁੱਟ ਰਹੇ ਆ, ਮਾਰ ਰਹੇ ਆ, ਇਸ ਨੂੰ ਇੱਕ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਜਿਸ ਵੇਲੇ ਇਹਨਾਂ ਨੇ ਕੌਂਸਟੀਟਿਊਟ ਅਸੈਂਬਲੀ ਦੇ ਵਿੱਚ ਇਹ ਮਤਾ ਪਾ ਦਿੱਤਾ ਸੀ ਕਿ ਜਿਹੜੇ ਪਹਿਲਾਂ ਵਾਲੇ ਅਧਿਕਾਰ ਦਿੱਤੇ ਗਏ ਸਨ ਉਹ ਨਹੀਂ ਰਹਿਣਗੇ, ਤਾਂ ਇਹ ਮਤਾ ਸੀ ਇੱਕ ਸਿਰਫ ਜਿਹੜੀ ਕੌਂਸਟੀਟਿਊਟ ਅਸੈਂਬਲੀ ਦੀ ਐਡਵਾਈਜ਼ਰੀ ਕਮੇਟੀ ਸੀ। ਡਾਕਟਰ ਅੰਬੇਡਕਰ ਨੇ ਕਿਹਾ ਕਿ ਇਹ ਜਿਹੜੇ ਅਧਿਕਾਰ ਹਨਗੇ ਕੌਂਸਟੀਟਿਊਟ ਅਸੈਂਬਲੀ ਆਇਨ ਕਾਢਨੀ ਸਭਾ ਆਪਣੇ ਆਪ ਮੰਨ ਚੁੱਕੀ ਹੈ, ਇਸ ਨੂੰ ਉਸ ਦੀ ਸਬ ਕਮੇਟੀ ਵਾਪਸ ਨਹੀਂ ਲੈ ਸਕਦੀ। ਤਾਂ ਉਸ ਦੀ ਕੋਈ ਗੱਲ ਨਾ ਸੁਣੀ ਗਈ। ਉਸ ਵੇਲੇ ਹੁਕਮ ਸਿੰਘ ਸਾਡਾ ਰਿਪਰੈਜ਼ੈਂਟੇਟਿਵ ਉੱਥੇ ਪਹੁੰਚ ਚੁੱਕਿਆ ਸੀ ਔਰ ਉਸਨੇ ਕਿਹਾ ਕਿ ਪਾਕਿਸਤਾਨ ਕਰੂਡ ਤਰੀਕੇ ਨਾਲ, ਬੜੇ ਰਫ ਜਿਹੇ ਤਰੀਕੇ ਨਾਲ ਆਪਣੀ ਮਾਈਨੋਰਿਟੀਜ਼ ਨੂੰ ਖਤਮ ਕਰ ਰਿਹਾ ਹੈ ਤੇ ਤੁਸੀਂ ਬੜੇ ਸੋਫਿਸਟੀਕੇਟਡ ਤਰੀਕੇ ਨਾਲ, ਲੁਕਵੇਂ ਤਰੀਕੇ ਨਾਲ ਸਾਨੂੰ ਖਤਮ ਕਰਨਾ ਚਾਹੁੰਦੇ ਹੋ। ਸਾਨੂੰ ਫਿਨਿਸ਼ ਦਾ ਵਰਡ ਉਸਨੇ ਵਰਤਿਆ ਸੀ। ਸੋ ਇਹ ਉਦੋਂ ਤੋਂ ਚੱਲਿਆ ਹੋਇਆ ਹੈ। ਇਹ ਇਹਨਾਂ ਦਾ ਜਿਹੜਾ ਹਿੰਦੂ ਧਰਮ ਦਾ ਵਰਜਨ ਹੈ, ਜੋ ਇਹਨਾਂ ਨੇ ਹਿੰਦੂ ਧਰਮ ਤੋਂ ਸਮਝਦੇ ਨੇ ਲੋਕ, ਉਸ ਨੂੰ ਇਹ ਸਮਝਦੇ ਨੇ ਕਿ ਸਿੱਖੀ ਦੇ ਬਰਖਲਾਫ ਹੈ ਔਰ ਸਿੱਖੀ ਜਿੰਨੀ ਦੇਰ ਤੱਕ ਰਹਿੰਦੀ ਹੈ ਉਨੀ ਦੇਰ ਤੱਕ ਇਹ ਜੋ ਇਹਨਾਂ ਦਾ ਹਿੰਦੂ ਧਰਮ ਦੀ ਵੰਨਗੀ ਹੈ ਉਹ ਨਹੀਂ ਚੱਲ ਸਕਦੀ। ਹੁਣ ਅਸਲੀਅਤ ਇਹ ਹੈ ਕਿ ਇਹਨਾਂ ਦੀ ਹਿੰਦੂ ਧਰਮ ਦੀ ਵੰਨਗੀ ਜਿਹੜੀ ਹੈਗੀ ਉਹੀ ਡਿਫੈਕਟਿਵ ਹੈ। ਉਹ ਇਹਨਾਂ ਨੇ ਔਰੰਗਜ਼ੇਬ ਦੀ ਨਕਲ ਕਰਕੇ ਇਸਲਾਮ ਦੇ ਬੇਸ ਦੇ ਉੱਤੇ ਹਿੰਦੂ ਧਰਮ ਬਣਾ ਲਿਆ ਹੈ ਔਰ ਉਸ ਨੂੰ ਲਾਗੂ ਕਰਨਾ ਚਾਹੁੰਦੇ, ਇਸ ਕਰਕੇ ਸਿੱਖੀ ਦੇ ਨਾਲ ਕੌਨਫਲਿਕਟ ਆਉਂਦੀ ਹੈ। ਜੇ ਆਪਣੀ ਅਸਲ ਹਿੰਦੂ ਧਰਮ ਵੱਲ ਜਾਣ ਤਾਂ ਉਸ ਦੀ ਸਿੱਖੀ ਦੇ ਨਾਲ ਕੋਈ ਕੌਨਫਲਿਕਟ ਨਹੀਂ। ਉਸ ਦਾ ਤਾਂ ਵਸੂਦੈਵ ਕੁਟੁੰਬਕਮ ਦਾ ਉਪਦੇਸ਼ ਹੈ। ਸੋ ਇਹ ਜਿਹੜਾ ਹੈਗਾ ਉਸ ਨੂੰ ਸਮਝਣ ਦੀ ਬਜਾਏ ਇਹ ਲੋਕ ਆਪਾਂ ਨੂੰ ਮਾਰ ਕੇ ਤੇ ਉਸ ਖਤਮ ਕਰਕੇ ਤੇ ਇੱਕ ਸਾਰਤਾ ਮੁਲਕ ਦੇ ਵਿੱਚ ਲਿਆਉਣਾ ਚਾਹੁੰਦੇ ਨੇ। ਇਹ ਕਦੇ ਹੋਇਆ ਨਹੀਂ। ਪਰਮਾਤਮਾ ਨੂੰ ਜੇ ਇੱਕ ਸਾਰਤਾ ਪਾਉਂਦੀ ਹੁੰਦੀ ਤਾਂ ਇੱਕੋ ਜਿਹੇ ਸਾਰਿਆਂ ਨੂੰ ਕ੍ਰੀਏਟ ਕਰਦਾ, ਕਿਉਂ ਫਿਰ ਵੱਖ-ਵੱਖ ਕਿਸਮ ਦੇ ਧਰਮ ਤੇ ਮਜ਼ਹਬ ਤੇ ਹੋਰ ਸਾਰਾ ਕੁਝ ਤੇ ਲੋਕ ਸ਼ਕਲਾਂ ਇਤਿਆਦ ਵੱਖ-ਵੱਖ ਬਣਾਉਂਦਾ, ਲੇਕਿਨ ਉਸਨੇ ਬਣਾਇਆ। ਸੋ ਇਹ ਚੱਲੇਗਾ ਸੰਸਾਰ ਦੇ ਉੱਤੇ। ਹੁਣ ਇਸ ਨੂੰ ਪ੍ਰਗਟ ਕਰਨ ਵਾਸਤੇ, ਅਸੀਂ ਇਸ ਗੱਲ ਨੂੰ ਕਹਿਣ ਵਾਸਤੇ ਜਦੋਂ ਅਸੀਂ ਅਗਾਂਹ ਤੁਰਦੇ ਸੀਗੇ, ਕੁਝ ਕਹਿੰਦੇ ਸੀਗੇ, ਇਹ ਸਾਨੂੰ ਵੱਖਵਾਦੀ, ਖਾਲਿਸਤਾਨੀ, ਅੱਤਵਾਦੀ, ਬੰਦੂਕਾਂ ਚੁੱਕ ਕੇ ਲੋਕਾਂ ਨੂੰ ਮਾਰਨ ਵਾਲੇ ਖੂੰਖਾਰ ਇਤਿਹਾਸ ਪ੍ਰਚਾਰਦੇ ਸਨ। ਹੁਣ ਜਿਹੜਾ ਤੁਸੀਂ ਜਿਸ ਤਰ੍ਹਾਂ ਕਿਹਾ ਹੈ ਕਿ ਇਹ ਜਿਹੜਾ ਅੰਦੋਲਨ ਹੋਇਆ ਕਿਸਾਨਾਂ ਦਾ, ਇਸ ਦੇ ਨਾਲ ਸਾਰੇ ਸੰਸਾਰ ਦੇ ਉੱਤੇ, ਕਿਉਂਕਿ ਅਸੀਂ ਉਸ ਦੇ, ਇਹ ਤਾਂ ਨਹੀਂ ਕਿ ਉਹ ਸਿੱਖਾਂ ਦਾ ਅੰਦੋਲਨ ਹੈ, ਲੇਕਿਨ ਅਸੀਂ ਮੋਢੀ ਹਾਂ, ਅਸੀਂ ਉਸ ਦੇ ਵਿੱਚ ਲੀਡਰਸ਼ਿਪ ਪੋਜੀਸ਼ਨ ਦੇ ਵਿੱਚ ਹਾਂ। ਸਰਦਾਰੀ ਤਕਰੀਬਨ ਅਨਆਫੀਸ਼ੀਅਲੀ ਮਤਲਬ ਸਾਡੇ ਹੱਥ ਦੇ ਵਿੱਚ ਹੈ, ਸਾਡੇ ਵੱਲ ਲੋਕ ਦੇਖ ਰਹੇ ਨੇ ਬਤੌਰ ਲੀਡਰ ਦੇ। ਤਾਂ ਅਸੀਂ ਉਸ ਦੇ ਵਿੱਚ ਜਿਹੜਾ ਸਾਡਾ ਕਿਰਦਾਰ ਹੈ ਉਹ ਇੰਨਾ ਨਫੀਸ ਤੇ ਸਾਊ ਕਿਰਦਾਰ ਹੈ ਕਿ ਕੋਈ ਇਹ ਹੁਣ ਸਾਨੂੰ ਸੰਸਾਰ ਦੇ ਉੱਤੇ ਅੱਤਵਾਦੀ, ਵੱਖਵਾਦੀ, ਬੰਬ ਚਲਾਉਣ ਵਾਲੇ ਤੇ ਬੰਦੂਕਾਂ ਚੁੱਕਣ ਵਾਲੇ, ਦੇਸ਼ ਨੂੰ ਤੋੜਨ ਵਾਲੇ ਸਾਬਤ ਨਹੀਂ ਕਰ ਸਕਦੀ। ਇਸੇ ਤਰ੍ਹਾਂ ਹੀ ਸਾਡੇ ਹੋਰ ਵੀ ਬਹੁਤ ਐਡਵਾਂਟੇਜ ਇਸ ਸਮੇਂ ਦੇ ਵਿੱਚ ਆਏ ਨੇ ਕਿ ਕਰੋਨਾ ਦੇ ਸਮੇਂ ਦੇ ਵਿੱਚ ਜੋ ਸਿੱਖਾਂ ਨੇ ਵਰਲਡ ਵਾਈਡ ਸੇਵਾ ਕੀਤੀ ਹੈ, ਸਾਰੇ ਧਰਮਾਂ ਦੀ, ਸਾਰੇ ਲੋਕਾਂ ਦੀ, ਅਸੀਂ ਤਾਂ ਆਪਣੇ ਧਰਮ ਦੇ ਅਨੁਸਾਰ ਜੋ ਸਾਡੇ ਕੋਲੋਂ ਸਰਿਆ ਬਣਿਆ ਅਸੀਂ ਕੀਤਾ, ਲੇਕਿਨ ਉਸ ਦੇ ਨਾਲ ਵੀ ਲੋਕਾਂ ਨੂੰ ਇਹ ਪਤਾ ਲੱਗ ਗਿਆ
ਕਿ ਇਹ ਲੋਕ ਇੰਨੇ ਮਾੜੇ ਨਹੀਂ ਜਿੰਨੇ ਇਹਨਾਂ ਨੂੰ ਪ੍ਰਚਾਰਿਆ ਜਾ ਰਿਹਾ ਸੀ। ਫਿਰ ਜਿਹੜਾ ਇਹ ਸੋਸ਼ਲ ਮੀਡੀਆ ਆ ਗਿਆ, ਇਸ ਦੇ ਵਿੱਚ ਵੀ ਲੋਕਾਂ ਦੇ ਕੋਲ ਸਹੀ ਇਨਫੋਰਮੇਸ਼ਨ ਪਹੁੰਚਣ ਲੱਗ ਪਿਆ। ਜਿਸ ਵੇਲੇ ਇਹ ਇਨਫੋਰਮੇਸ਼ਨ ਪਹੁੰਚਦਾ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਲੋਕ ਹੋਰ ਕਿਸਮ ਦੇ ਹਨਗੇ, ਇਹਨਾਂ ਨੂੰ ਗਲਤ ਝੂਠਾ ਪ੍ਰਚਾਰਿਆ ਜਾ ਰਿਹਾ ਇਸ ਤਰ੍ਹਾਂ। ਸੋ ਇਸ ਔਰ ਫਿਰ ਜਿਹੜਾ ਹੁਣ ਇਸ ਵੇਲੇ ਐਡਵਾਂਟੇਜ ਸਾਡੇ ਹੱਥ ਹੋਰ ਇੱਕ ਵੱਡਾ ਆਇਆ, ਉਹ ਇਹ ਹੈਗਾ ਕਿ ਸਾਰੇ ਦੇ ਸਾਰੇ ਲੀਡਰ, ਸਾਡੇ ਸਾਰੇ ਆਗੂ ਹਿੰਦੁਸਤਾਨ ਦੇ, ਪੰਜਾਬ ਦੇ, ਇਹ ਸਾਰੇ ਡਿਸਕ੍ਰੈਡਿਟ ਹੋ ਚੁੱਕੇ ਆ। ਸੂਬਿਆਂ ਦੇ ਸਾਰੀਆਂ ਪਾਰਟੀਆਂ ਡਿਸਕ੍ਰੈਡਿਟ ਹੋ ਚੁੱਕੀਆਂ। ਇਹਨਾਂ ਦਾ ਜਿਹੜਾ ਮੁਲੰਮਾ ਸੀ ਲੋਕ ਮਨਾਂ ਦੇ ਉੱਤੇ ਕਿ ਇਹ ਲੋਕਾਂ ਦੀ ਸੇਵਾ ਕਰਨ ਵਾਸਤੇ ਆਉਂਦੇ ਨੇ, ਉਹ ਜਿਹੜੇ ਹਨਗੇ ਸਾਡੇ, ਉਹਨਾਂ ਦੇ ਬਾਰੇ ਇਹ ਪਤਾ ਲੱਗ ਚੁੱਕਿਆ ਕਿ ਜੀ ਇਹਨਾਂ ਨੇ ਕੇਂਦਰ ਦੀ ਨੀਤੀ ਸਾਡੇ ਉੱਤੇ ਲਾਗੂ ਕਰਨ ਵਾਸਤੇ ਇਹਨਾਂ ਨੂੰ ਖੁੱਲੀ ਛੁੱਟੀ ਮਿਲੀ ਹੋਈ ਹੈ ਕਿ ਪੰਜਾਬ ਦੇ ਵਿੱਚ ਜਿੰਨੀ ਮਰਜ਼ੀ ਲੁੱਟਮਾਰ ਕਰਨ। ਸੋ ਇਹ ਵੀ ਹੁਣ ਸਾਰੇ ਲੋਕਾਂ ਨੂੰ ਸਪਸ਼ਟ ਹੋ ਗਿਆ। ਹੁਣ ਇਸ ਵੇਲੇ ਅਸੀਂ ਬੜੀ ਸਟਰੋਂਗ ਪੋਜੀਸ਼ਨ ਦੇ ਵਿੱਚ ਹਾਂ, ਬੜੇ ਤਗੜੇ ਹਾਂ। ਅਸੀਂ ਜਿਹੜੀ ਆਪਣੀ ਗੱਲ ਕਵਾਂਗੇ ਉਹ ਦੁਨੀਆ ਸੁਣੇਗੀ ਔਰ ਇਹਨਾਂ ਨੂੰ ਸੁਣਨੀ ਪਏਗੀ, ਕਿਉਂਕਿ ਸਾਡੀ ਗੱਲ ਜਿਹੜੀ ਸੱਚ ਨਿਆਂ ਦੇ ਉੱਤੇ ਆਧਾਰਿਤ ਹੈ। ਸੋ ਅਸੀਂ ਲੋਕ ਹੁਣ ਇਸ ਵੇਲੇ ਇਸ ਪੋਜੀਸ਼ਨ ਦੇ ਵਿੱਚ ਹਾਂ ਕਿ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ। ਔਰ ਇਸ ਗੱਲ ਨੂੰ ਕਹਿਣ ਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਇਹ ਜਿਹੜਾ ਪੰਜਾਬ ਦਾ ਆਉਣ ਵਾਲੀਆਂ ਚੋਣਾਂ ਹਨ, ਇਹਨਾਂ ਦੇ ਵਿੱਚ ਗੱਜ-ਵੱਜ ਕੇ ਹਿੱਸਾ ਲੈਣਾ ਚਾਹੀਦਾ ਹੈ ਤੇ ਆਪਣਾ ਸਟੇਟ ਆਪਣੇ ਹੱਥ ਦੇ ਵਿੱਚ ਲੈਣਾ ਚਾਹੀਦਾ ਹੈ, ਤਾਂ ਕਿ ਇਹ ਗੱਲ ਨਾਲ ਤਗੜੇ ਹੋ ਕੇ ਕਹਿ ਸਕੀਏ। ਸੋ ਇਹ ਆਪਣੀ ਇੱਕ ਸਿਆਸੀ ਸ਼ਕਤੀ ਨਾਲ ਇਹ ਗੱਲ ਕਰ ਸਕੀਏ। ਹਾਂਜੀ, ਤੇ ਤੁਸੀਂ ਇਹ ਗੱਲ ਜਿਹੜੀ ਕਹੀ ਆ ਕਿ ਚੋਣਾਂ ਜਿਹੜਾ ਭਾਗ ਲੈਣਾ ਤੇ ਪੂਰੇ ਜ਼ੋਰ ਨਾਲ ਲੈਣਾ। ਅੱਜ ਤੋਂ ਸਾਲ ਪਹਿਲਾਂ ਤੁਸੀਂ ਇੱਕ ਪਰਚਾ ਵੀ ਛਾਪਿਆ ਸੀ, ਤੁਸੀਂ ਦੇਖ ਵੀ ਕਿ ਜਿਹੜਾ ਇੱਕ ਜਥੇਬੰਦ ਹੋ ਕੇ ਨਵੇਂ ਪੱਧਰ ਤੋਂ ਜਿਹੜੀ ਆ ਇੱਕ ਜਥੇਬੰਦੀ ਉਸਾਰਨੀ ਚਾਹੀਦੀ ਆ, ਉਹਨਾਂ ਵਾਸਤੇ ਤਿਆਰੀ ਕਰਨੀ ਚਾਹੀਦੀ ਆ। ਪਰ ਅੱਜ ਲਗਭਗ ਸਾਲ ਡੇਢ ਸਾਲ ਪਹਿਲਾਂ ਉਹ ਆਇਆ ਸੀ। ਹੁਣ ਚੋਣਾਂ ਜਿਹੜੀਆਂ ਨੇ ਉਹ ਬਿਲਕੁਲ ਸਿਰ ਤੇ ਨਜ਼ਰ ਆ ਰਹੀਆਂ ਨੇ, ਪਰ ਸਿੱਖਾਂ ਦਾ ਕੋਈ ਵੀ ਅਜੇ ਅਜਿਹਾ ਜਥੇਬੰਦਕ ਢਾਂਚਾ ਜਾਂ ਕੋਈ ਵੀ ਅਜਿਹਾ ਜਥੇਬੰਦਕ ਸਟਰਕਚਰ ਨਹੀਂ ਨਜ਼ਰ ਪੈ ਰਿਹਾ ਜਿਹੜਾ ਕਿ ਚੋਣਾਂ ਦੇ ਵਿੱਚ ਕੋਈ ਫਰਕ ਪਾ ਸਕਦਾ ਹੋਵੇ, ਕੋਈ ਅਸਰ ਪਾ ਸਕਦਾ ਹੋਵੇ। ਜਿਹੜੀਆਂ ਰਵਾਇਤੀ ਧਿਰਾਂ ਨੇ, ਜਿਨ੍ਹਾਂ ਦੇ ਵਿੱਚ ਇੱਕ ਨਵੀਂ ਰਵਾਇਤੀ ਧਿਰ ਹੁਣ ਆਮ ਆਦਮੀ ਪਾਰਟੀ ਸ਼ਾਮਲ ਹੋਈ ਆ, ਉਹੀ ਚੋਣਾਂ ਲੜਦੀਆਂ ਨਜ਼ਰ ਆ ਰਹੀਆਂ ਨੇ। ਨਹੀਂ, ਦੇਖੋ ਇਸ ਵੇਲੇ ਤਾਂ ਲੱਗਦਾ ਹੈ ਕਿ ਇਹ ਇਸ ਤਰ੍ਹਾਂ ਹੀ ਹੈ, ਲੇਕਿਨ ਮੈਂ ਦੇਖਿਆ ਪਿਛਲੇ ਸਮਿਆਂ ਦੇ ਵਿੱਚ ਵੀ ਜਿਸ ਵੇਲੇ ਸਿੱਖ ਤਹਈਆ ਕਰ ਲੈਂਦੇ ਨੇ, 89 ਦੇ ਵਿੱਚ ਮੈਂ ਦੇਖਿਆ, ਤਾਂ ਉਸ ਵੇਲੇ ਜਦੋਂ ਇਹਨਾਂ ਦੀ ਮਾਨਸਿਕਤਾ ਇਹ ਐਕਸੈਪਟ ਕਰ ਚੁੱਕੀ ਹੁੰਦੀ ਹੈ ਕਿ ਅਸੀਂ ਐਤਕੀ ਵਾਰੀ ਫਤਿਹ ਹਾਸਲ ਕਰਨੀ ਹੈ ਔਰ ਸਾਡਾ ਇਸ ਦੇ ਜੇ ਇਹ ਨਾਮ ਅਸੀਂ ਫਤਿਹਯਾਬ ਹੋਏ ਤਾਂ ਸਾਡਾ ਮਾੜਾ ਹਾਲ ਹੋਏਗਾ, ਜਿਸ ਤਰ੍ਹਾਂ ਕਿ ਹੁਣ ਹੋ ਰਿਹਾ। ਦੇਖੋ ਹੁਣ ਪੰਜਾਬ ਦੇ ਵਿੱਚ ਕੀ ਹੋਇਆ, ਪਿਛਲੇ ਸਮਿਆਂ ਦੇ ਵਿੱਚ ਇੰਨੇ ਕਤਲ ਹੋਏ ਨੇ 1982 ਤੋਂ ਬਾਅਦ, ਖਾਸ ਤੌਰ ਦੇ ਉੱਤੇ ਉਸ ਤੋਂ ਪਹਿਲਾਂ ਵੀ। ਪਹਿਲਾਂ ਤਾਂ ਨਕਸਲਾਈਟ ਕਹਿ ਕੇ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਘੱਟੋ ਘੱਟ 5 ਲੱਖ ਲੋਕਾਂ ਨੂੰ ਡੀ ਖੋਸਲਾ ਨੇ ਇੱਕ ਕਿਤਾਬ ਲਿਖੀ ਸੀ, ਜਿਹੜਾ ਕਿ ਬਾਉਂਡਰੀ ਕਮਿਸ਼ਨ ਦਾ ਮੈਂਬਰ ਸੀ। ਉਹ ਕਹਿੰਦਾ ਸੀ 5 ਲੱਖ ਆਦਮੀ ਮਾਰੇ ਗਏ 1947 ਦੇ ਵਿੱਚ। ਤੇ ਜਿਹੜਾ ਚੰਦੂ ਲਾਲ ਤ੍ਰਿਵੇਦੀ ਸੀ ਗਵਰਨਰ ਪੰਜਾਬ ਦਾ, ਉਸ ਦਾ ਐਸਟੀਮੇਟ ਸੀ, ਗਵਰਨਮੈਂਟ ਦੇ ਸਾਰੇ ਹੀ ਐਸਟੀਮੇਟ ਥੋੜੇ ਹੀ ਹੁੰਦੇ ਇਹੋ ਜਿਹੇ ਕੰਮਾਂ ਦੇ, ਉਹ ਕਹਿੰਦਾ ਸੀਗਾ 2.5 ਲੱਖ ਬੰਦੇ, 2.25 ਲੱਖ ਬੰਦੇ ਮਾਰੇ ਗਏ ਨੇ। ਇੰਨੇ ਬੰਦੇ ਸਾਡੇ ਇਹਨਾਂ ਨੇ ਕਤਲ ਕਰਵਾਏ ਜਾਣ ਬੁੱਝ ਕੇ। ਉਸ ਵੇਲੇ ਮੁਹੰਮਦ ਅਲੀ ਜਿੰਨਾ ਦਾ, ਗਜ਼ਫਰ ਖਾਨ ਦਾ ਪ੍ਰਪੋਜ਼ਲ ਸੀ ਕਿ ਤੁਸੀਂ ਪੋਪੂਲੇਸ਼ਨ ਐਕਸਚੇਂਜ ਕਰ ਲਓ। ਇਹਨਾਂ ਨੇ ਕਿਹਾ ਨਹੀਂ ਐਕਸਚੇਂਜ ਕਰਨੀ, ਚੰਗਾ ਸੀ ਐਕਸਚੇਂਜ ਕਰਦੇ, ਉਧਰਲੇ ਲੋਕ ਉਧਰ ਚਲੇ ਜਾਂਦੇ ਮਹਿਫੂਜ਼, ਇਧਰਲੇ ਇਧਰ ਆ ਜਾਂਦੇ। ਲੇਕਿਨ ਇਹਨਾਂ ਲੋਕਾਂ ਨੇ ਬਾਰਡਰ ਦੇ ਉੱਤੇ ਕੌਨਫਲਿਕਟ ਸਿਚੁਏਸ਼ਨ ਪੈਦਾ ਕਰਨਾ ਸੀ, ਜਿਹਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਮਿਲ ਗਿਲ ਨਾ ਸਕੀਏ ਔਰ ਅਸੀਂ ਦੁਸ਼ਮਣ ਸਮਝੀਏ ਜਿਹੜੇ ਆਪਣੇ ਭਰਾ ਕੱਲ ਸਾਡੇ ਨਾਲ ਰਹਿੰਦੇ ਸੀ, ਜਿਨ੍ਹਾਂ ਦੇ ਨਾਲ ਅਸੀਂ ਸਦੀਆਂ ਤੋਂ ਰਹਿੰਦੇ ਆਏ ਸੀ ਉਧਰਲੇ ਪਾਸੇ, ਉਹਨਾਂ ਨੂੰ ਦੁਸ਼ਮਣ ਸਮਝੀਏ ਤੇ ਉਹ ਸਾਨੂੰ ਦੁਸ਼ਮਣ ਸਮਝਣ। ਸੋ ਇਸ ਤਰ੍ਹਾਂ ਦਾ ਇੱਕ ਪ੍ਰਪੰਚ ਰਚਿਆ ਗਿਆ, ਜਿਸ ਦੀ ਮਾਰ ਦੇ ਹੇਠ ਅਸੀਂ ਆ ਗਏ ਔਰ ਸਾਡੇ 5 ਲੱਖ ਦੇ ਕਰੀਬ ਲੋਕ ਮਾਰੇ ਗਏ। ਉਸ ਤੋਂ ਲਗਾਤਾਰ 10 ਅਕਤੂਬਰ 1947 ਨੂੰ ਇਹਨਾਂ ਨੇ ਇੱਕ ਸਰਕੂਲਰ ਇਸ਼ੂ ਕਰਤਾ ਕਿ ਜੀ ਜਿਹੜੇ ਉਧਰੋਂ ਆਏ ਨੇ ਪੰਜਾਬ ਤੋਂ, ਉਹ ਲੋਕ ਬੜੇ ਮਾੜੇ ਹਨਗੇ,
ਖੂੰਖਾਰ ਹਨਗੇ, ਇਹਨਾਂ ਨੂੰ ਕੰਟਰੋਲ ਕਰੋ ਔਰ ਸਖਤੀ ਨਾਲ ਵਰਤੋ। ਔਰ ਸਖਤੀ ਦਾ ਮਤਲਬ ਇਹ ਸੀ ਕਿ ਵੀ ਇਹਨਾਂ ਨੂੰ ਤੁਸੀਂ ਗੋਲੀ ਵੀ ਮਾਰ ਦਿਓ, ਕੋਈ ਗੱਲ ਨਹੀਂ ਹੈ। ਫਿਰ ਇਹਨਾਂ ਨੇ ਸਾਡੇ ਨਾਲ ਦੁਸ਼ਮਣੀ ਇਹ ਕਮਾਈ ਕਿ ਅਸੀਂ ਉਧਰ 47 ਲੱਖ ਏਕੜ 67 ਲੱਖ ਏਕੜ ਚੰਗੀ ਨਹਿਰੀ ਜ਼ਮੀਨ ਛੱਡ ਕੇ ਆਏ ਸੀ। ਇੱਥੇ ਇਹਨਾਂ ਨੇ ਫੈਸਲਾ ਕਰ ਲਿਆ ਕਿ ਇਹਨਾਂ ਨੂੰ ਸਿਰਫ ਪੰਜਾਬ ਦੇ ਵਿੱਚ ਵਸਾਉਣਾ ਹੈ, ਬਾਹਰਲੇ ਪਾਸੇ ਨਹੀਂ ਜਾਣ ਦੇਣਾ। ਇੱਥੇ ਮੁਸਲਮਾਨ ਜਿਹੜੇ ਗਏ ਸਨ ਉਹਨਾਂ ਕੋਲ ਜ਼ਮੀਨ ਥੋੜੀ ਸੀ, ਇੱਥੇ ਸਾਨੂੰ ਆ ਕੇ ਸਿਰਫ ਉਸ ਦੇ ਬਦਲੇ 27 ਲੱਖ ਏਕੜ ਜ਼ਮੀਨ ਮਿਲੀ। ਔਰ ਜਿਹੜੀ ਅਸੀਂ ਜ਼ਮੀਨ ਛੱਡ ਕੇ ਆਏ ਸੀ ਉਧਰਲੇ ਪਾਸੇ, ਉਸ ਦੇ ਵਿੱਚ 22 ਸਾਰੀ ਜ਼ਮੀਨ ਬਹੁਤ ਅੱਛੀ ਪਾਣੀ ਇਰੀਗੇਟਡ ਸੀ, ਬਹੁਤ ਅੱਛਾ ਪਾਣੀ ਲੱਗਦਾ ਸੀ ਉਸ ਨੂੰ, ਚਾਹੀ ਨਹਿਰੀ ਕਹਿੰਦੇ ਨੇ, ਜਿਸ ਦੇ ਵਿੱਚ 2 ਫਸਲਾਂ ਨੂੰ ਪਾਣੀ ਲੱਗਦਾ ਹੈ। 5 ਮਿਲੀਅਨ 5 ਫੀਟ ਪਰ ਏਕੜ ਪਾਣੀ ਤਕਰੀਬਨ ਇਸ ਦਾ ਹੁੰਦਾ ਹੈ, ਤਾਂ 1-2 ਫਸਲਾਂ ਦਾ ਉਹ ਸਾਨੂੰ ਉੱਥੇ ਮਿਲਦਾ ਸੀਗਾ। ਇਧਰਲੇ ਪਾਸੇ ਆ ਕੇ ਜਿਹੜੀ ਜ਼ਮੀਨ ਮਿਲੀ ਉਹ ਬੜੀ ਘਟੀਆ ਸੀ, 22 ਲੱਖ ਏਕੜ ਸਿਰਫ ਉਸ ਦੇ ਵਿੱਚ ਪਾਣੀ ਲੱਗਦਾ ਸੀ ਥੋੜਾ ਬਹੁਤ, ਬਾਕੀ ਦੀ ਇਸ ਤਰ੍ਹਾਂ ਦੀ ਸੀ। 47 ਲੱਖ ਏਕੜ ਜ਼ਮੀਨ ਸਾਨੂੰ ਇੱਧਰ ਆ ਕੇ ਮਿਲੀ। ਕੱਟ ਲਾਏ ਗਏ, ਸਾਡੀ ਇੰਨੀ ਸਾਰੀ ਜ਼ਮੀਨ ਇਹਨਾਂ ਨੇ ਖੁਰਦ-ਬੁਰਦ ਕਰਤੀ। ਪਾਕਿਸਤਾਨ ਦੇ ਵਿੱਚ ਜਿਹੜੇ ਗਏ ਉਹਨਾਂ ਨੂੰ ਡਬਲ ਜ਼ਮੀਨ ਮਿਲੀ, 3 ਗੁਣਾ ਮਿਲੀ ਕਈਆਂ ਨੂੰ। ਇਸ ਤਰ੍ਹਾਂ ਉਹਨਾਂ ਦਾ ਫਾਇਦਾ ਹੋਇਆ ਤੇ ਅਸੀਂ ਲੋਕ ਇੱਧਰ ਆ ਕੇ ਆਪਣੇ ਨੁਕਸਾਨ ਦੇ ਵਿੱਚ ਰਹੇ, ਸਿਰਫ ਇਸ ਕਰਕੇ ਕਿ ਸਾਨੂੰ ਉੱਥੇ ਨਹੀਂ ਸੀ ਵਸਾਉਣਾ ਚਾਹੁੰਦੇ। ਮਤਲਬ ਇਹ ਹੈ ਕਿ ਇਹ ਫਿਰ ਸਾਡੇ ਕਤਲੇਆਮ ਸ਼ੁਰੂ ਕਰਤਾ ਇਹਨਾਂ ਨੇ ਕਿ ਜੀ ਇਹ ਲੋਕ, ਇਹਨਾਂ ਨੂੰ ਮਾਰ ਕੁੱਟ ਕੇ ਸਿੱਧੇ ਰੱਖਿਆ ਜਾਏ ਤੇ ਸਟੇਟ ਦੇ ਅੰਡਰ ਰੱਖਿਆ ਜਾਏ ਤਾਂ ਠੀਕ ਹੈ। ਹੁਣ ਜੇ ਇਹ ਹੁੰਦਾ ਸਾਡਾ ਫੈਡਰਲ ਰਾਜ ਤਾਂ ਇਹ ਨਹੀਂ ਸੀ ਕਰ ਸਕਦੇ। ਇਸ ਕਰਕੇ ਇਹਨਾਂ ਨੇ ਉਹ ਸਾਰੀਆਂ ਸ਼ਕਤੀਆਂ ਕੇਂਦਰ ਦੇ ਕੋਲ ਲੈ ਲਈਆਂ ਔਰ ਕਈ ਕਾਨੂੰਨ ਇਸ ਤਰ੍ਹਾਂ ਦੇ ਬਣਾਏ ਜਿਨ੍ਹਾਂ ਦਾ ਕੋਈ ਸੰਵਿਧਾਨ ਦੇ ਆਇਨ ਦੇ ਬਰਖਲਾਫ ਸਨ, ਲੇਕਿਨ ਉਹਨਾਂ ਦੇ ਉਹਨਾਂ ਦੀ ਓਟ ਲੈ ਕੇ ਵੀ ਇਹ ਸਾਨੂੰ ਕਈ 10-10 ਸਾਲਾਂ ਤੱਕ ਮਾਰਦੇ ਰਹੇ। 1900 ਪਹਿਲਾਂ ਤਾਂ ਇਹਨਾਂ ਨੇ 1969 70 ਦੀ ਗੱਲ ਹੈ ਕਿ ਜਦੋਂ ਨਕਸਲਾਈਟ ਕਹਿ ਕੇ ਇੰਨੇ ਬੱਚੇ ਇੱਥੇ ਮਾਰੇ ਪੰਜਾਬ ਦੇ ਵਿੱਚ, ਬੂਝਾ ਸਿੰਘ ਵਰਗੇ 80-80 ਸਾਲ ਦੇ ਬੰਦਿਆਂ ਨੂੰ ਵੀ ਨਹੀਂ ਛੱਡਿਆ, ਜਿਹੜਾ ਕਿ ਨਿਤਨੇਮੀ ਸੀ ਔਰ ਅੰਮ੍ਰਿਤਧਾਰੀ ਸੀ, ਉਸ ਨੂੰ ਵੀ ਨਕਸਲਾਈਟ ਕਹਿ ਕੇ ਮਾਰਤਾ ਦਰਖਤ ਦੇ ਨਾਲ ਬੰਨ੍ਹ ਕੇ। ਉਸ ਤੋਂ ਬਾਅਦ ਇਹਨਾਂ ਨੇ 1982 ਤੋਂ ਕਤਲੇਆਮ ਸ਼ੁਰੂ ਕੀਤਾ, ਜਿਹੜਾ 1992-93 ਤੱਕ ਤਕਰੀਬਨ ਰਿਹਾ ਜਾਰੀ। ਤਾਂ ਸਾਡਾ ਜਿਹੜੀ ਪ੍ਰਾਇਓਰਿਟੀ, ਔਰ ਇਹ ਕਤਲੇਆਮ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਫਿਰ ਗੈਰ ਕਾਨੂੰਨੀ ਜਾਂ ਸਮਝੋ ਵੀ ਸੰਵਿਧਾਨ ਦੇ ਬਰਖਲਾਫ ਕਾਨੂੰਨ ਬਣੇ, ਉਸ ਦੀ ਮਰਜ਼ੀ ਦੇ ਬਰਖਲਾਫ ਕਾਨੂੰਨ ਬਣੇ, ਜਿਸ ਤਰ੍ਹਾਂ ਟਾਡਾ ਪੋਟਾ, ਉਹਦੇ ਵਿੱਚ ਤੁਸੀਂ ਬਚ ਹੀ ਨਹੀਂ ਸਕਦੇ, ਜਾਂ ਜੇਲ੍ਹ ਜਾਓ ਜਾਂ ਗੋਲੀ ਮਾਰ ਦਿੰਦੇ ਸੀ। ਕਈ ਲੋਕ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਲਾਸ਼ਾਂ ਖੁਰਦ-ਬੁਰਦ ਕੀਤੀਆਂ ਗਈਆਂ। ਇਹ ਕਤਲੇਆਮ ਜਾਰੀ ਰਿਹਾ ਔਰ ਇਸ ਬਿਨਾਂ ਦੇ ਉੱਤੇ ਇਹ ਕਰਦੇ ਰਹੇ ਕਿ ਜੀ ਇਹ ਵੱਖਵਾਦੀ ਹਨਗੇ, ਇਹ ਵਾਇਲੈਂਟ ਲੋਕ ਹਨਗੇ, ਇਹ ਖਾਲਿਸਤਾਨ ਚਾਹੁੰਦੇ ਆ, ਮੁਲਕ ਨੂੰ ਤੋੜਨਾ ਚਾਹੁੰਦੇ ਆ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਇਹਨਾਂ ਨੂੰ ਸਾਬਤ ਕਰ ਚੁੱਕੇ ਹਾਂ ਹੁਣ ਇਸ ਦੌਰ ਦੇ ਵਿੱਚ ਕਿ ਇਹ ਝੂਠੀਆਂ ਤੋਹਮਤਾਂ ਸਾਡੇ ਤੇ ਲਾਉਂਦੇ ਨੇ। ਅਸਲੀ ਵਾਰਿਸ ਅਸੀਂ ਆ ਇਸ ਧਰਤੀ ਦੇ, ਜਿਨ੍ਹਾਂ ਨੇ ਹਰ ਪਲ 500 ਸਾਲ ਇਸ ਧਰਤੀ ਵਾਸਤੇ ਖੂਨ ਡੋਲਿਆ ਔਰ ਇੱਥੋਂ ਦੇ ਲੋਕਾਂ ਨੂੰ ਜਿਉਣ ਦੇ ਹੱਕ ਦਵਾਏ ਨੇ। ਇਹਨਾਂ ਦੇ ਜਿਹੜੇ ਇੱਕ ਮਨੁੱਖੀ ਅਧਿਕਾਰ ਹਨ ਉਹਨਾਂ ਨੂੰ ਮਹਿਫੂਜ਼ ਕੀਤਾ ਹੈ। ਗੁਰੂ ਤੇਗ ਬਹਾਦਰ ਸਾਰੇ ਸ੍ਰਿਸ਼ਟੀ ਦੀ ਚਾਦਰ ਬਣ ਕੇ ਪ੍ਰਗਟ ਹੋਏ ਨੇ ਔਰ ਉਹਨਾਂ ਨੇ ਇਹਨਾਂ ਨੂੰ ਖਾਸ ਤੌਰ ਤੇ ਹਿੰਦ ਨੂੰ ਇਹ ਸਹੂਲਤਾਂ ਲੈ ਕੇ ਦਿੱਤੀਆਂ ਜਾਂ ਇਸ ਤਰ੍ਹਾਂ ਦਾ ਇਹਨਾਂ ਦਾ ਮਨ ਬਣਾਇਆ ਕਿ ਇਹ ਆਪਣੇ ਆਪ ਉਹਨਾਂ ਦੇ ਬਰਖਲਾਫ ਖੜੇ ਹੋ ਸਕਣ, ਸਾਡੀ ਹਿੰਮਤ ਦੇ ਨਾਲ ਸਾਡੇ ਪਿੱਛੇ ਲੱਗ ਕੇ ਇਹ ਆਪਣੀ ਆਜ਼ਾਦੀ ਵੀ ਲੈ ਸਕਣ। ਇਹ ਸਾਰਾ ਕੁਝ ਸਾਡੇ ਤੇ ਹੈ, ਅਸੀਂ ਇਹਨਾਂ ਨੂੰ ਦਿੱਤਾ ਹੈ ਤੇ ਇਹ ਸਾਨੂੰ ਹੀ ਇਹ ਬਦਨਾਮ ਕਰਕੇ ਤੇ ਮਾਰਨ ਦੇ ਰਾਹ ਤੇ ਤੁਰੇ ਹੋਏ ਨੇ। ਅੱਜ ਤੱਕ ਇਹ ਕਤਲੇਆਮ ਬੰਦ ਨਹੀਂ ਹੋਇਆ। ਇਹ ਕਤਲੇਆਮ ਬੰਦ ਕਰਨਾ ਸਾਡੇ ਵਾਸਤੇ ਨਿਹਾਇਤ ਜ਼ਰੂਰੀ ਹੈ, ਕਿਉਂਕਿ ਹੁਣ ਕਿਸੇ ਨਾ ਕਿਸੇ ਬਹਾਨੇ ਲੋਕਾਂ ਨੂੰ ਮਾਰ ਰਹੇ ਨੇ, ਆਪਸ ਦੇ ਵਿੱਚ ਲੜਾ ਕੇ ਮਾਰੇ ਨੇ। ਅੱਜ ਜਿਸ ਵੇਲੇ ਮੈਂ ਗੱਲ ਕਰ ਰਿਹਾ ਹੁਣੇ ਮੈਨੂੰ ਖਬਰ ਮਿਲੀ ਹੈ ਕਿ ਇੱਥੇ ਮੁਹਾਲੀ ਦੇ ਵਿੱਚ ਇੱਕ ਨੌਜਵਾਨ ਬੱਚੇ ਨੂੰ ਮਾਰ ਦਿੱਤਾ ਗਿਆ। 14-15 ਗੋਲੀਆਂ ਆਪਸ ਦੇ ਵਿੱਚ, ਪਤਾ ਨਹੀਂ ਕੀ ਲੜਾਈ ਹੈ, ਅੱਜ ਤਾਈਂ ਪਤਾ ਲੱਗੇਗਾ, ਲੇਕਿਨ ਇਹ ਕਤਲੇਆਮ ਲਗਾਤਾਰ ਜਾਰੀ ਹਨਗੇ। ਇਹ ਜਿਹੜੀ ਸਾਡੀ ਨਵੀਂ ਲੀਡਰਸ਼ਿਪ ਹੈ, ਆਗੂ ਹਨਗੇ ਸਾਡੀ ਕੌਮ ਦੇ, ਜਿਨ੍ਹਾਂ ਨੇ ਸਾਨੂੰ ਲੀਡ ਕਰਨਾ ਹੈ, ਉਹਨਾਂ ਨੂੰ ਉੱਠਣ ਨਹੀਂ ਦਿੱਤਾ ਜਾ ਰਿਹਾ।
ਉਹਨਾਂ ਨੂੰ ਬਹਾਨੇ ਬਣਾ ਕੇ ਇੱਕ ਕਤਲ ਕੀਤਾ ਜਾ ਰਿਹਾ ਹੈ, ਜੇਲ੍ਹਾਂ 'ਚ ਸੁੱਟਿਆ ਜਾ ਰਿਹਾ ਹੈ। NIA ਦੇ ਇੱਕ ਇਨਵੈਸਟੀਗੇਸ਼ਨ ਕਰਦੇ ਨੇ ਉਹ ਲੋਕ ਫੜ ਕੇ, ਇਹਦੇ ਕੋਲੇ ਜੀ ਮੈਗਜ਼ੀਨ ਸੀ, ਇਹਦੇ ਕੋਲੇ ਕਿਤਾਬਾਂ ਸਨ, ਉਹਨਾਂ ਨੂੰ 10-10 ਸਾਲ ਦੀ ਉਮਰ ਕੈਦ ਤੱਕ ਕਰ ਦਿੰਦੇ ਨੇ। ਇਹ ਇਸ ਤਰ੍ਹਾਂ ਨਾਲ ਸਾਡੀ ਕੌਮ ਦੇ ਵਿੱਚ ਜਿਹੜੀ ਨਵੀਂ ਆਗੂ ਹੋਣਗੇ ਉਹ ਪੈਦਾ ਨਹੀਂ ਹੋ ਸਕਦੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹ ਸਾਰਿਆਂ ਤੋਂ ਵੱਡਾ ਮੁੱਦਾ ਜਿਹੜਾ ਸਾਡਾ ਹੈ ਉਹ ਹੈ ਕਿ ਇਹ ਕਤਲੇਆਮ ਬੰਦ ਹੋਵੇ। ਇਹ ਜ਼ਰੂਰੀ ਨਹੀਂ ਕਿ ਅਗਲੇ ਇਸ ਦੇ ਆਰਗੇਨਾਈਜੇਸ਼ਨ ਵਾਸਤੇ ਸਾਨੂੰ 6 ਮਹੀਨੇ ਚਾਹੀਦੇ ਹੈ, 6 ਸਾਲ ਚਾਹੀਦੇ ਹੈ। ਜਿਸ ਦਿਨ ਇਹ ਗੱਲ ਸਮਝ ਆ ਗਈ ਉਸੇ ਦਿਨ 10 ਦਿਨਾਂ ਦੇ ਅੰਦਰ ਅੰਦਰ ਅਸੀਂ ਇਹ ਸਾਰੇ ਇੱਕ ਪਾਸਾ ਪਲਟ ਸਕਦੇ ਹਾਂ। ਸੋ ਇਸ ਦੇ ਵਿੱਚ ਸਮੇਂ ਦੀ ਕੋਈ ਗੱਲ ਨਹੀਂ, ਤੁਸੀਂ ਉਸ ਤਰਫੋਂ ਆਪਾਂ ਨੂੰ ਨਿਸ਼ਚਿੰਤ ਹੋ ਜਾਣਾ ਚਾਹੀਦਾ ਹੈ। ਸਰਦਾਰ ਗੁਰਤੇਜ ਸਿੰਘ ਜੀ, ਤੁਸੀਂ ਤੁਹਾਡੀ ਗੱਲਬਾਤ ਸੁਣੀ ਆ, ਮਤਲਬ ਸਮਾਂ ਜਿਹੜਾ ਆ ਇੰਟਰਵਿਊ ਨੂੰ ਮੈਂ ਇੱਥੇ ਇਸ ਆਖਰੀ ਸਵਾਲ ਦੇ ਨਾਲ ਖਤਮ ਕਰਨਾ ਚਾਹੁੰਦਾ ਕਿ ਜਿਹੜਾ ਤੁਹਾਡੀ ਸਾਰੀ ਗੱਲਬਾਤ 'ਚ ਮੈਨੂੰ ਇਹ ਲੱਗ ਰਿਹਾ ਜਾਂ ਸਾਡੇ ਦਰਸ਼ਕਾਂ ਨੂੰ ਵੀ ਇਹ ਲੱਗ ਰਿਹਾ, ਜ਼ਰੂਰ ਇਹ ਮਹਿਸੂਸ ਹੋਊਗਾ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੀ 1984 ਤੋਂ ਬਾਅਦ ਜਿਹੜੀ ਇੱਕ ਮੂਵਮੈਂਟ ਲੜੀ ਗਈ ਜਿਹਦੇ ਵਿੱਚ ਇੰਡੀਆ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਜਾਂ ਸਟੇਟ ਆ ਉਹ ਚਾਰ ਦੀ ਰਹੀ ਖਾਲਿਸਤਾਨੀ, ਪਰ ਹੁਣ ਸਾਨੂੰ ਮਤਲਬ ਅਸੀਂ ਉਹ ਟੈਗ ਜਿਹੜਾ ਆ ਆਪਣੇ ਤੋਂ ਲਾਂਭੇ ਕਰਕੇ ਤੇ ਸਾਨੂੰ ਪੰਜਾਬ ਦੇ ਵਿੱਚ ਜਿਹੜੀਆਂ ਆ ਚੋਣਾਂ ਲੜ ਕੇ ਤੇ ਪੋਲੀਟੀਕਲ ਪਾਵਰ ਜਿਹੜੀ ਆ ਉਹ ਹਾਸਲ ਕਰਨੀ ਚਾਹੀਦੀ ਆ। ਪਰ ਅਸੀਂ ਇਹ ਵੀ ਦੇਖਿਆ ਕਿ ਜਦੋਂ ਕਿਸਾਨ ਸੰਘਰਸ਼ ਕਰ ਰਹੇ ਸੀ, ਜਦੋਂ ਕਦੇ ਵੀ ਸਿੱਖ ਆਪਣੇ ਹੱਕਾਂ ਦੀ ਆਵਾਜ਼ ਚੁੱਕਦਾ, ਉਦੋਂ ਜਿਹੜੀ ਗਵਰਨਮੈਂਟ ਆ ਉਹਨੂੰ ਕਿਤਾਬਾਂ ਰੱਖਣ ਦੇ ਉੱਤੇ ਵੀ ਉਮਰ ਕੈਦ ਦੀ ਸਜ਼ਾ ਤੱਕ ਜਿਹੜਾ ਸਿਸਟਮ ਆ ਉਹ ਸੁਣਾ ਦਿੰਦਾ ਆ, ਉਹਨੂੰ ਅੱਤਵਾਦੀ ਕਿਤਾਬਾਂ ਰੱਖਣ ਤੇ ਵੀ ਬਣਾ ਦਿੱਤਾ ਜਾਂਦਾ ਹੈ। ਤਾਂ ਇਹੋ ਜਿਹੇ ਮਾਹੌਲ ਦੇ ਵਿੱਚ ਤੇ ਦੂਜੇ ਪਾਸੇ ਜਿਹੜਾ BJP ਗਵਰਨਮੈਂਟ ਆ ਉਹ ਜਿਹੜਾ ਇੱਕ ਬੰਦਾ ਜਿਹਦੇ ਉੱਤੇ ਕਤਲੇਆਮ ਦੇ ਚਾਰਜਸ ਹੋਣ, ਜਿਹੜੇ ਬੰਦੇ ਨੇ ਮਤਲਬ ਇੱਕ ਸੁੱਤੇ ਕਈ ਦੇਸ਼ਾਂ ਨੇ ਜੇ ਤੇ ਪਾਬੰਦੀਆਂ ਲਾਈਆਂ ਹੋਣ, ਉਹਨੂੰ ਇੰਡੀਆ ਦੀ ਇੱਕ ਮੈਜੋਰਿਟੀ ਜਿਹੜੀ ਆ ਪ੍ਰਾਈਮ ਮਿਨਿਸਟਰ ਇਲੈਕਟ ਕਰਦੀ ਆ। ਜਿਨ੍ਹਾਂ ਲੋਕਾਂ ਬਾਰੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਉਹਨਾਂ ਲੋਕਾਂ ਨੂੰ ਲੀਡ ਦੇਵਾਂਗੇ ਜਾਂ ਉਹ ਲੋਕ ਸਾਡੀ ਲੀਡ ਨੂੰ, ਤੁਹਾਨੂੰ ਕੀ ਲੱਗ ਰਿਹਾ ਹੈ ਕਿ ਜੇ ਸਿੱਖ ਆਪਣੀ ਸੋਵਰੇਨਿਟੀ ਨੂੰ ਇਸ ਤਰ੍ਹਾਂ ਛੱਡ ਕੇ ਪੂਰੇ ਇੰਡੀਆ ਨੂੰ ਸੁਧਾਰਨ ਦਾ ਜਿਹੜਾ ਇਰਾਦਾ ਲੈ ਕੇ ਚੱਲਦੇ ਆ ਤਾਂ ਕੀ ਇੰਡੀਆ ਦੀ ਜਿਹੜੀ ਮੈਜੋਰਿਟੀ ਆ ਉਹ ਉਹਨਾਂ ਨੂੰ ਆਪਣਾ ਲੀਡਰ ਅਸੈਪਟ ਕਰੂਗੀ? ਮੈਂ ਇੰਡੀਆ ਦੀ ਗੱਲ ਹੀ ਨਹੀਂ ਕੀਤੀ, ਮੈਂ ਤਾਂ ਗੱਲ ਕਰ ਰਿਹਾ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਕੇ ਪਾਵਰ ਆਪਣੇ ਹੱਥ ਦੇ ਵਿੱਚ ਲੈਣ ਵਾਸਤੇ, ਤਾਂ ਕਿ ਉਸ ਪਾਵਰ ਦੇ ਨਾਲ ਔਰ ਜਿਹੜਾ ਕਿਰਦਾਰ ਤੁਸੀਂ ਕਰੋਨਾ ਦੇ ਵਿੱਚ ਦਿਖਾਇਆ ਹੈ, ਜਿਹੜਾ ਕਿਰਦਾਰ ਤੁਸੀਂ ਇਹ ਜਿਹੜੀ ਐਜੀਟੇਸ਼ਨ ਚੱਲ ਰਹੀ ਹੈ ਫਾਰਮਰਸ ਦੀ, ਕਿਸਾਨਾਂ ਦੀ ਐਜੀਟੇਸ਼ਨ ਚੱਲ ਰਹੀ ਹੈ, ਇਸ ਦੇ ਵਿੱਚ ਦਿਖਾਇਆ ਹੈ, ਜਿਹੜਾ ਕਿਰਦਾਰ ਸੰਸਾਰ ਨੇ ਤੁਹਾਡਾ ਇਹਨਾਂ ਦਿਨਾਂ ਦੇ ਵਿੱਚ ਓਲੰਪਿਕਸ ਦੇ ਵਿੱਚ ਵੀ ਦੇਖ ਲਓ ਜਾਂ ਹੋਰ ਕਿਤੇ ਦੇਖਿਆ ਹੈ, ਉਸ ਕਿਰਦਾਰ ਦੇ ਆਸਰੇ ਅਸੀਂ ਇਹਨਾਂ ਦੀ ਉਸ ਪ੍ਰੋਪੇਗੈਂਡੇ ਨੂੰ ਕਾਟ ਕਰ ਸਕਦੇ ਹਾਂ ਜਿਸ ਦੇ ਰਾਹੀਂ ਇਹਨਾਂ ਨੇ ਸਾਡਾ ਕਤਲੇਆਮ 1947 ਤੋਂ ਸ਼ੁਰੂ ਕੀਤਾ ਹੈ ਤੇ ਅੱਜ ਤੱਕ ਕਰ ਰਹੇ ਨੇ, ਸਿਰਫ ਉਸ ਦੇ ਆਸਰੇ ਕਿ ਜੀ ਇਹ ਲੋਕ ਅੱਤਵਾਦੀ ਹਨਗੇ, ਇਹ ਮੁਲਕ ਨੂੰ ਤੋੜਨਾ ਚਾਹੁੰਦੇ ਆ, ਇਹ ਮੁਲਕ ਦੇ ਵਿੱਚ ਖਲਲ ਪਾਉਣਾ ਚਾਹੁੰਦੇ ਆ, ਇਹਨਾਂ ਦੇ ਹਥਿਆਰ ਲੈ ਕੇ ਤੇ ਇਹ ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਸ਼ਾਂਤੀ ਪਸੰਦ ਹਨਗੇ ਉਹਨਾਂ ਨੂੰ ਮਾਰਨਾ ਚਾਹੁੰਦੇ ਆ। ਇਹ ਸਾਰਾ ਪ੍ਰੋਪੇਗੈਂਡਾ ਕਰਕੇ ਇਹਨਾਂ ਨੇ ਕਤਲੇਆਮ ਕੀਤਾ ਹੈ। ਹੁਣ ਅਸੀਂ ਆਪਣੀ ਲੀਡਰਸ਼ਿਪ ਨਹੀਂ ਉਭਾਰ ਸਕ ਰਹੇ, ਕਤਲੇਆਮ ਜਾਰੀ ਹੈ। ਸਾਡੇ ਕੋਲ ਚੋਇਸ ਇਹ ਹੈ, ਜਾਂ ਤਾਂ ਇਸ ਨੂੰ ਜਾਰੀ ਰਹਿਣ ਦਿਓ ਤੇ ਆਪਣਾ ਤੁਸੀਂ ਹਰ ਪਲ ਦੇ ਵਿੱਚ ਹਰ ਦਿਨ ਤੁਸੀਂ ਆਪਣੇ ਬੱਚੇ ਗਵਾਈ ਜਾਓ, ਜਾਂ ਫਿਰ ਤੁਸੀਂ ਇਹਨਾਂ ਦਾ ਨੈਰੇਟਿਵ ਕਾਊਂਟਰ ਕਰੋ ਕਿ ਸਾਡੀ ਗੱਲ ਨਹੀਂ ਹੈ, ਅਸੀਂ ਜੋ ਹਾਂ ਸੋ ਹਾਂ, ਲੇਕਿਨ ਜਿਹੜੇ ਤੁਸੀਂ ਲੋਕ ਹੋ, ਤੁਸੀਂ ਔਰੰਗਜ਼ੇਬ ਦੇ ਇਸਲਾਮ ਨੂੰ ਮੰਨਣ ਔਰੰਗਜ਼ੇਬ ਦੇ ਇਸਲਾਮ ਨੂੰ ਹਿੰਦੂ ਧਰਮ ਮੰਨਣ ਵਾਲੇ ਲੋਕ ਹੋ, ਔਰ ਤੁਸੀਂ ਲੋਕ ਹੋ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਇਹ ਸਾਰੀਆਂ ਅਸੀਂ ਕਹਿ ਸਕਦੇ ਹਾਂ ਕਿ ਆਹ ਲੋਕ ਸਾਨੂੰ ਕਹਿ ਰਹੇ ਆ, ਅਸੀਂ 500 ਸਾਲ ਤੋਂ ਇਸ ਮਾਨਵਤਾ ਦੀ ਸੇਵਾ ਦੇ ਵਿੱਚ ਆਏ ਹੋਏ ਹਾਂ, ਔਰ ਸਾਡੇ ਉੱਤੇ ਕਿਸੇ ਹੋਰ ਦੇਸ਼ ਦੇ ਨੇ ਲੋਕਾਂ ਨੇ ਕਦੇ ਇਲਜ਼ਾਮ ਇਸ ਤਰ੍ਹਾਂ ਦੇ ਨਹੀਂ ਲਾਏ, ਇਹਨਾਂ ਨੇ ਲਾਏ ਨੇ। ਇਹਨਾਂ ਨੇ ਇਸ ਕਰਕੇ ਲਾਏ ਨੇ ਕਿ ਇਹ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਆਣਗੀਆਂ, ਜ਼ਿਆਦਤੀਆਂ ਆਣਗੀਆਂ, ਧੱਕੇਸ਼ਾਹੀਆਂ ਆਣਗੀਆਂ, ਫਾਸਿਸਟ ਨੇਚਰ ਹੈ ਜਿਹੜੀ ਇਹਨਾਂ ਦੀ, ਜਿਹੜੇ ਇਹਨਾਂ ਨੇ ਔਰੰਗਜ਼ੇਬ ਦੇ ਇਸਲਾਮ ਨੂੰ ਆਪਣਾ ਹਿੰਦੂ ਧਰਮ ਬਣਾ ਕੇ ਆਪਣਾ ਪ੍ਰਵਾਨ ਕਰ ਲਿਆ ਔਰ ਲਾਗੂ ਕਰਨਾ ਚਾਹੁੰਦੇ ਆ ਹਿੰਦੁਸਤਾਨ ਦੇ ਉੱਤੇ, ਗਲਤ ਹੈ। ਅਸੀਂ ਇਹ ਸਾਰਾ ਕੁਝ ਹੁਣ ਸਾਬਤ ਕਰਨ ਦੇ ਕਾਬਲ ਹਾਂ,
ਜਿਹੜੇ ਮੈਂ ਤੁਹਾਨੂੰ ਤੇ ਦੱਸਿਆ ਕਿ ਸਰਦਾਰ ਜੀ ਐਡਵਾਂਟੇਜ ਸਾਡੇ ਇਸ ਵੇਲੇ ਹੈਗੇ। ਸੋ ਤੇ ਗੁਰਤੇਜ ਅਸੀਂ ਸਿੰਘ ਆਪਣੀ ਗੱਲ ਜਾਂਦੇ ਕਰਨੀ ਹੈ। ਬਿਲਕੁਲ ਜੀ, ਜਾਂਦੇ ਜਾਂਦੇ ਇੱਕ ਗੱਲ ਦਾ ਜ਼ਰੂਰ ਦੱਸਿਓ ਕਿ ਜੇ ਚੋਣਾਂ ਲੜਨੀਆਂ ਨੇ, ਸਿੱਖਾਂ ਨੇ ਆਪਣਾ ਕੋਈ ਫਰੰਟ ਬਣਾ ਕੇ ਚੋਣਾਂ ਲੜਨੀਆਂ ਨੇ, ਤਾਂ ਉਹਨਾਂ ਦਾ ਏਜੰਡਾ ਕੀ ਹੋਵੇ, ਕਿਸ ਮੁੱਦੇ ਤੇ ਉਹ ਚੋਣਾਂ ਲੜ। ਦੇਖੋ, ਸਾਰਿਆਂ ਤੋਂ ਪਹਿਲਾਂ ਤਾਂ ਮੁੱਦਾ ਇਹੀ ਹੈ ਕਿ ਜੀ ਇਹ ਸਾਡਾ ਕਤਲੇਆਮ ਬੰਦ ਹੋਣਾ ਚਾਹੀਦਾ। ਇਸ ਤੋਂ ਬਿਨਾਂ ਤਾਂ ਅਸੀਂ ਕਦਮ ਵੀ ਅਗਾਂਹ ਨਹੀਂ ਚੱਲ ਸਕਦੇ। ਦੂਸਰਾ ਮੁੱਦਾ ਸਾਡਾ ਜਿਹੜਾ ਹੈਗਾ ਉਹ ਖੁਦ ਮੁਖਤਿਆਰੀ ਦਾ ਮੁੱਦਾ ਹੈ ਕਿ ਜਦੋਂ ਸਾਰੀ ਕਨਸਟੀਟਿਊਸ਼ਨਲ ਡਿਵੈਲਪਮੈਂਟ 200 ਸਾਲ ਖੁਦ ਮੁਖਤਿਆਰੀ ਦੇ ਉੱਤੇ ਹੋਈ ਸੀ, ਫਿਰ ਸਾਡੀ ਖੁਦ ਮੁਖਤਿਆਰੀ ਖੋ ਕੇ ਸਾਡੇ ਹੱਥੋਂ ਤੇ ਤੁਸੀਂ ਉਸ ਕਨਸਟੀਟਿਊਸ਼ਨ ਨੂੰ ਉਲਟਾ ਕਿਵੇਂ ਦਿੱਤਾ? ਇਹ ਸਾਨੂੰ ਉਸ ਜਿਸ ਦਿਨ ਤੁਸੀਂ 15 ਅਗਸਤ ਨੂੰ ਇਹ ਸ਼ੁਰੂ ਕੀਤਾ ਸੀਗਾ ਇਸ ਨੂੰ ਉਲਟਾਉਣਾ, ਉਸ ਦਿਨ ਤੋਂ ਪਹਿਲਾਂ ਦਾ ਜਿਹੜੀ ਸਥਿਤੀ ਸੀ ਉਸ ਨੂੰ ਬਹਾਲ ਕਰੋ ਔਰ ਇਸ ਕਨਸਟੀਟਿਊਸ਼ਨ ਨੂੰ ਦੁਬਾਰੇ ਬਣਾਓ। ਇਹ ਆਜ਼ਾਦੀ ਦੀ ਦੂਸਰੀ ਲੜਾਈ ਹੈ ਔਰ ਇਹੀ ਆਜ਼ਾਦੀ ਦੀ ਲੜਾਈ ਹੈ, ਪਹਿਲੀ ਕੋਈ ਆਜ਼ਾਦੀ ਦੀ ਲੜਾਈ ਨਹੀਂ ਸੀ। ਉਹ ਤਾਂ ਮਿਲ ਕੇ ਅੰਗਰੇਜ਼ਾਂ ਦੇ ਨਾਲ ਤੁਸੀਂ ਆਪਦਾ ਕਬਜ਼ਾ ਕਰ ਲਿਆ। ਤੀਸਰਾ ਸਾਡਾ ਜਿਹੜਾ ਹੋਣਾ ਚਾਹੀਦਾ ਹੈ ਇਸ ਦਾ ਮੁੱਦਾ, ਉਹ ਇਹ ਹੋਣਾ ਚਾਹੀਦਾ ਹੈ ਕਿ ਜੀ ਸਾਡਾ ਦਰਿਆਈ ਪਾਣੀ ਕਿੱਧਰ ਗਿਆ? ਕਿਸੇ ਵੀ ਸੰਵਿਧਾਨ ਦੀ ਧਾਰਾ ਦੇ ਅਨੁਸਾਰ ਤੁਸੀਂ ਨਹੀਂ ਲਿਜਾ ਸਕਦੇ ਬਾਹਰ, ਉਹ ਕਿੱਧਰ ਗਿਆ? ਕਿਸਾਨਾਂ ਨੂੰ ਸਾਨੂੰ ਸਮਝਾਉਣਾ ਪਏਗਾ ਕਿ ਕਿੱਥੇ ਪਾਣੀ ਮਿਲ ਸਕਦਾ ਹੈ। ਫੋਰ ਇੰਸਟੈਂਸ ਮੈਂ ਤੁਹਾਨੂੰ ਦੱਸਦਾ ਕਿ ਸਾਰੇ ਹਿੰਦੁਸਤਾਨ ਦੇ ਦਰਿਆਵਾਂ ਦੇ ਵਿੱਚ 1550 ਮਿਲੀਅਨ ਏਕੜ ਫੀਟ ਪਾਣੀ ਹੈ ਔਰ 1550 ਦੇ ਵਿੱਚੋਂ ਕੋਈ 100 ਮਿਲੀਅਨ ਏਕੜ ਫੁੱਟ ਵੀ 400 ਮਿਲੀਅਨ ਏਕੜ ਫੁੱਟ ਵੀ ਇਹ ਯੂਜ਼ ਨਹੀਂ ਕਰਦੇ। ਤਕਰੀਬਨ 120-130 ਮਿਲੀਅਨ ਏਕੜ ਫੁੱਟ ਯੂਜ਼ ਕਰਦੇ ਹੈ। ਜਿਹੜੀ ਗੰਗਾ ਹੈਗੀ ਉਸ ਦਾ ਪਾਣੀ ਤਕਰੀਬਨ ਸਾਰੇ ਦਾ ਸਾਰਾ ਬੇ ਆਫ ਬੰਗਾਲ ਦੇ ਵਿੱਚ ਵਗ ਜਾਂਦਾ ਹੈ। ਇਹ ਉਸ ਨੂੰ ਵਰਤ ਨਹੀਂ ਸਕ ਰਹੇ। ਗੰਗਾ ਜਿਹੜੀ ਹੈਗੀ ਤਾਜੇਵਾਲਾ ਹੈਡ ਦੀ ਹਾਈਟ ਹੈਗੀ ਤਕਰੀਬਨ 900 ਫੁੱਟ ਤੇ ਗੰਗਾ ਉੱਥੋਂ ਹੈਗੀ ਜਿਹੜੀ ਹਰਿਦੁਆਰ ਦੀ ਹਾਈਟ ਹੈ ਉਹ 1900 ਫੁੱਟ ਹੈ, 1990 ਫੁੱਟ ਹੈ। ਤਾਂ ਸਿੱਧਾ ਪਾਣੀ ਉੱਥੋਂ ਇੱਥੇ ਆ ਸਕਦਾ ਹੈ। ਉਹ ਪਾਣੀ ਦਰਿਆ ਦੇ ਵਿੱਚ ਸਮੁੰਦਰ ਦੇ ਵਿੱਚ ਸੁੱਟ ਰਹੇ ਹੈ, ਉਹ ਸਾਨੂੰ ਕਿਉਂ ਨਹੀਂ ਦਿੰਦੇ? ਹਰਿਆਣੇ ਨੂੰ ਕਿਉਂ ਨਹੀਂ ਦਿੰਦੇ? ਯਮੁਨਾ ਦੇ ਵਿੱਚ ਪੈ ਕੇ ਹਰਿਆਣੇ ਜਾ ਸਕਦਾ ਹੈ, ਉਹ ਰਾਜਸਥਾਨ 'ਚ ਵੀ ਜਾ ਸਕਦਾ ਹੈ। ਸਾਡਾ ਪਾਣੀ ਖੋ ਕੇ ਕਿਉਂ ਕਿਸੇ ਨੂੰ ਦੇ ਰਹੇ ਹੈ? ਇਹ ਵੀ ਸਾਡਾ ਵੱਡਾ ਮੁੱਦਾ ਹੈ। ਔਰ ਇਹ ਸਾਰੇ ਮੁੱਦੇ ਜਿਹੜੇ ਹਨਗੇ, ਡੇਰਾਵਾਦ ਦਾ ਸਾਡਾ ਵੱਡਾ ਮੁੱਦਾ ਹੈ, ਸਾਡਾ ਸਿਹਤ ਦਾ ਵੱਡਾ ਔਰ ਸਭ ਤੋਂ ਵੱਡਾ ਮੁੱਦਾ ਸਾਡਾ ਐਜੂਕੇਸ਼ਨ ਦਾ ਹੈ। ਸਾਨੂੰ ਇਹ ਸਿੱਖਿਆ ਕਿਉਂ ਨਹੀਂ ਪ੍ਰਾਪਤ ਕਰਨ ਦਿੰਦੇ? ਗੁਰੂ ਸਾਹਿਬ ਦਾ ਸਾਡੇ ਨਾਲ ਕੌਲ ਹੈ ਕਿ ਜਿਹੜੇ ਇਹ ਲੋਕ ਹਨਗੇ ਜਿਨ ਕੀ ਕੁਲ ਮੂੜਨ ਕੀ ਮਹਾ ਅੱਖਰ ਭੇਵ ਨਾ ਜਾਣਤ ਕਹਾਂ, ਇੱਕ ਅੱਖਰ ਦਾ ਮਤਲਬ ਨਹੀਂ ਜਾਣਦੇ। ਤਿੰਨ ਤੇ ਗਏ ਪੰਡਤ ਅਪਜਾਊਂ ਵੇਦ ਪੜਨ ਕੋ ਵੱਲ ਸਮਝਾਉਂ। ਇਹ ਸਾਡਾ ਗੁਰੂ ਸਾਹਿਬ ਦੇ ਨਾਲ ਕੌਲ ਹੈ। ਗੁਰੂ ਸਾਹਿਬ ਦਾ ਸਾਡੇ ਨਾਲ ਕੌਲ ਕੀਤਾ ਹੋਇਆ ਹੈ, ਅਸੀਂ ਉਸ ਨੂੰ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ। ਰਣਜੀਤ ਸਿੰਘ ਦੇ ਕੋਲੇ ਰਾਜ ਆਇਆ ਸੀ, ਉਸਨੇ ਸਭ ਤੋਂ ਪਹਿਲਾਂ ਸਾਰੇ ਪੰਜਾਬ ਦੇ ਵਿੱਚ ਇਹ ਸਾਖਰਤਾ ਮੁਹਿੰਮ ਚਲਾਈ ਸੀ ਔਰ 87% ਸਾਡੇ ਪੰਜਾਬ ਦੇ ਦਿਹਾਤ ਦੇ ਵਿੱਚ ਲੋਕ ਪੜ੍ਹਨ ਲਿਖਣ ਦੇ ਕਾਬਿਲ ਹੋ ਗਏ ਸਨ। ਇਹ ਸਾਡੀ ਹੁਣ ਪਰਸੈਂਟੇਜ ਜੈਨੀਆਂ ਤੋਂ ਤੇ ਹੋਰ ਕਈ ਲੋਕਾਂ ਤੋਂ ਘੱਟ ਹੈ ਪੜ੍ਹੇ ਲਿਖਿਆਂ ਦੀ। ਅਸੀਂ 60-65 ਦੇ ਨੇੜੇ ਤੇੜੇ ਚੱਲ ਰਹੇ ਹਾਂ। ਅਸੀਂ ਸਾਰੇ ਗੁਰੂ ਸਾਹਿਬ ਦਾ ਫਨ ਸੀ ਕਿ ਸਾਰੇ ਦੇ ਸਾਰੇ ਲੋਕ ਪੜ੍ਹੇ ਲਿਖੇ ਹੋਣਗੇ ਮੇਰੀ ਕੌਮ ਦੇ। ਇਹ ਸਾਡਾ ਵੱਡਾ ਮੁੱਦਾ ਹੈ। ਫਿਰ ਸਾਡਾ ਜਿਹੜਾ ਦਰਿਆਈ ਪਾਣੀ ਦੀ ਗੱਲ ਆਪਾਂ ਕਰ ਚੁੱਕੇ ਹਾਂ, ਸਿਹਤ ਦਾ, ਡੇਰਾਵਾਦ ਦਾ, ਇਹ ਸਾਰੇ ਜਿਹੜੇ ਮੁੱਦੇ ਹਨਗੇ, ਡੇਰਾਵਾਦ ਦਾ ਮੁੱਦਾ ਹੈਗਾ, ਦਰਿਆਈ ਪਾਣੀਆਂ ਦਾ ਮੁੱਦਾ ਹੈਗਾ, ਜਾਂ ਇਹ ਖੁਦ ਮੁਖਤਿਆਰੀ ਦਾ, ਕਤਲੇਆਮ ਦਾ, ਇਹਨਾਂ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ। ਔਰ ਇਹ ਬੇਅਦਬੀਆਂ ਤਾਂ ਬੰਦ ਹੋਣਗੀਆਂ ਜੇ ਸਾਰੇ ਮੁੱਦਿਆਂ ਦੇ ਉੱਤੇ ਸਾਨੂੰ ਸੈਟਿਸਫੈਕਸ਼ਨ ਕਾਨੂੰਨ ਦੇ ਅਨੁਸਾਰ, ਧਰਮ ਨਿਆਂ ਦੇ ਅਨੁਸਾਰ ਮਿਲੇਗੀ। ਤਾਂ ਇਹ ਸਾਰੇ ਮੁੱਦੇ ਅਸੀਂ ਲੈ ਕੇ ਤੇ ਇਹਨਾਂ ਦੇ ਨਾਲ ਗੱਲ ਕਰ ਸਕਦੇ ਹਾਂ। ਔਰ ਸਿਹਤ ਦੇ ਬਾਰੇ ਤੁਸੀਂ ਦੇਖਦੇ ਹੋ ਕਿ ਇੱਥੇ ਕੈਂਸਰ ਦੀਆਂ ਟ੍ਰੇਨਾਂ ਚੱਲਦੀਆਂ, ਦੂਸਰੇ ਪ੍ਰਦੇਸ਼ਾਂ ਨੂੰ ਜਾਂਦੀਆਂ, ਉੱਥੋਂ ਇਲਾਜ ਕਰਾਉਂਦੇ ਨੇ ਲੋਕ। ਔਰ ਪਾਣੀ ਮਾੜਾ ਹੋਣ ਕਰਕੇ ਸਾਰੇ ਪੰਜਾਬ ਦੇ ਵਿੱਚ ਕੈਂਸਰ ਫੈਲ ਰਿਹਾ ਹੈ। ਔਰ ਸਾਡਾ ਜਿਹੜਾ ਅੰਮ੍ਰਿਤ ਵਰਗਾ ਪਾਣੀ ਹੈ ਉਹ ਦੂਸਰੇ ਪਾਸੇ ਜਾ ਰਿਹਾ ਹੈ, ਹੋਰ ਜਗ੍ਹਾ ਦੇ ਉੱਤੇ ਜਾ ਰਿਹਾ, ਜਿੱਥੇ ਕਿ ਗੰਗਾ ਦਾ ਪਾਣੀ ਆਰਾਮ ਨਾਲ ਜਾ ਸਕਦਾ ਹੈ। ਸੋ ਅਸੀਂ ਇਹ ਸਾਰੇ ਮੁੱਦੇ ਜੇ ਕੋਈ ਹੋਣਗੇ, ਸਾਡੇ ਲੀਡਰ ਆਉਣਗੇ ਤਾਂ ਉਹ ਕਹਿਣਗੇ। ਗੁਰਤੇਜ ਸਿੰਘ ਜੀ, ਇਹ ਮੁੱਦੇ ਤੁਸੀਂ ਦੱਸੇ ਆ, ਇਹਨਾਂ ਦੇ ਨਾਲ ਮਤਲਬ ਇੱਕ ਹੋਰ ਸਵਾਲ ਮੈਂ ਜਾਂਦਾ ਪੁੱਛਣਾ ਚਾਹੁੰਦਾ ਕਿ ਜਿਹੜਾ ਇਸ ਸਮੇਂ ਜਿਹੜੀ ਇੱਕ ਧਿਰ ਵੱਡੀ ਉੱਭਰ ਰਹੀ ਆ, ਉਹ ਕਿਸਾਨ ਲੀਡਰਸ਼ਿਪ 'ਚ ਉੱਭਰ ਰਹੀ ਆ ਕਿ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਬੈਠੇ ਨੇ। ਇਹ ਵੀ ਹੋ ਰਿਹਾ ਕਿ ਕਿਸਾਨ ਚੋਣਾਂ ਲੜਨ,
ਤੇ ਤੁਸੀਂ ਜਿਹੜੀ ਆ ਗੱਲ ਕਰ ਰਹੇ ਹੋ ਸਿੱਖ ਪੋਲਿਟਿਕਸ ਦੇ ਸੰਦਰਭ ਤੋਂ ਜਾਂ ਪੰਜਾਬ ਦੀ ਖੁਦ ਮੁਖਤਿਆਰੀ ਦੇ ਸੰਦਰਭ ਚੋਂ, ਤਾਂ ਕੀ ਇਹ ਸੰਭਾਵਨਾ ਹੈ ਕਿ ਇੱਕ ਜਿਹੜੀ ਨਵੀਂ ਧਿਰਾ ਪੰਜਾਬ ਪੱਖੀ ਧਿਰਾ ਕੋਈ ਉੱਭਰ ਸਕਦੀ ਹੋਵੇ ਜਿਹਦੇ ਵਿੱਚ ਸਿੱਖ ਤੇ ਜਿਹੜੇ ਕਾਮਰੇਡ ਨੇ ਕਮਿਊਨਿਸਟ ਨੇ ਉਹ ਆਪਸ ਦੇ ਵਿੱਚ ਮਿਲ ਕੇ ਕੋਈ ਫਰੰਟ ਉਸਾਰ ਸਕਦੇ ਆ? ਤੁਹਾਨੂੰ ਕੋਈ ਸੰਭਾਵਨਾ ਲੱਗ ਰਹੀ? ਤੁਸੀਂ ਇਤਿਹਾਸ ਵੀ ਦੇਖਿਆ, ਤੁਸੀਂ ਪਿਛਲਾ ਸਮਾਂ ਵੀ ਦੇਖਿਆ, ਅੱਜ ਵੀ ਤੁਸੀਂ ਦੇਖ ਰਹੇ ਹੋ। ਦੇਖੋ, ਗੱਲ ਇਹ ਹੈਗੀ ਕਿ ਜੇ ਤਾਂ ਕਿਸਾਨਾਂ ਦੇ ਬਰਖਲਾਫ ਖੜਾ ਹੋਣਾ ਹੋਵੇ ਕਿਸੇ ਧਿਰ ਨੇ, ਤਾਂ ਮੈਂ ਕਹਾਂਗਾ ਕਿ ਕਿਸੇ ਨੂੰ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਦੀ ਬੜੀ ਕਾਲ ਕਮਾਈ ਹੈ ਔਰ ਉਹ ਠੀਕ ਰਾਹ ਦੇ ਉੱਤੇ ਜਾ ਰਹੇ ਹੈ। ਔਰ ਜੇ ਉਹ ਹਾਰ ਜਾਂਦੇ ਨੇ, ਉਹਨਾਂ ਨੂੰ ਅੰਡਰਮਾਈਨ ਨਹੀਂ ਕਰਨਾ ਚਾਹੀਦਾ। ਜੇ ਉਹ ਹਾਰ ਜਾਂਦੇ ਨੇ ਤਾਂ ਅਸੀਂ ਸਾਰਾ ਹਿੰਦੁਸਤਾਨ ਔਰ ਤਕਰੀਬਨ ਮੈਂ ਇਹ ਵੀ ਕਹਿ ਸਕਦਾ ਕਿ ਪੂਰੀ ਦੁਨੀਆ ਦੇ ਕਿਸਾਨ ਹਾਰ ਜਾਣਗੇ। ਇਸ ਕਰਕੇ ਉਹਨਾਂ ਦੀ ਮਦਦ ਲੈਣੀ ਚਾਹੀਦੀ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਧਿਰ ਨੂੰ ਉਭਾਰਨ। ਉਹਨਾਂ ਦੇ ਵਾਸਤੇ ਡੈਮੋਕ੍ਰੈਟਿਕ ਕਨਸਟੀਟਿਊਸ਼ਨ, ਡੈਮੋਕ੍ਰੈਟਿਕ ਲੀਹਾਂ ਦੇ ਉੱਤੇ ਪਾਰਟੀ ਬਣਾਉਣ ਵਾਸਤੇ ਅਸੀਂ ਇੱਕ ਕਨਸਟੀਟਿਊਸ਼ਨ ਤਿਆਰ ਕੀਤੀ ਹੋਈ ਹੈ। ਉਹ ਪਬਲਿਕ ਹੈ, ਜਿਹੜਾ ਮਰਜ਼ੀ ਅਡਾਪਟ ਕਰ ਸਕਦਾ ਹੈ। ਸੋ ਇਸ ਕਿਸਮ ਦੀ ਡੈਮੋਕ੍ਰੈਟਿਕ ਬਣਾ ਕੇ ਕਨਸਟੀਟਿਊਸ਼ਨ, ਲੋਕ ਰਾਜੀ ਕਨਸਟੀਟਿਊਸ਼ਨ ਬਣਾ ਕੇ, ਤਾਂ ਕਿ ਪਾਵਰ ਇੱਕ ਆਦਮੀ ਦੇ ਹੱਥ ਦੇ ਵਿੱਚ ਨਾ ਜਾਵੇ, ਇੱਕ ਪਰਿਵਾਰ ਦੇ ਹੱਥ ਦੇ ਵਿੱਚ ਨਾ ਜਾਵੇ, ਇਹ ਭੁੱਖੇ ਲੋਕਾਂ ਦੇ ਹੱਥ ਦੇ ਵਿੱਚ ਨਾ ਜਾਵੇ ਜਿਨ੍ਹਾਂ ਨੇ ਆਪਣੇ ਘਰ ਹੀ ਭਰੀ ਜਾਣੇ ਆ, ਔਰ ਉਹਨਾਂ ਲੋਕਾਂ ਦੇ ਹੱਥ ਦੇ ਵਿੱਚ ਜਾਵੇ ਜਿਹੜੇ ਕਿਸਾਨਾਂ ਦੇ ਸਹੀ ਨੁਮਾਇੰਦੇ ਹੋਣ। ਕਿਸਾਨਾਂ ਦੇ ਸਾਰੇ ਪੰਜਾਬ ਦੀ ਜਿਹੜੀ ਪੋਪੂਲੇਸ਼ਨ ਹੈ ਇਹ ਸਾਰੀ ਕਿਸਾਨੀ ਦੇ ਉੱਤੇ ਨਿਰਭਰ ਹੈ। ਇਹਨਾਂ ਸਾਰਿਆਂ ਦੇ ਨੁਮਾਇੰਦੇ ਹੋਣ, ਧਰਮ ਨਿਰਪੱਖ ਹੋਣਗੇ ਸਾਰੇ। ਸਿੱਖ ਧਰਮ ਦੀ ਇਸ ਦੇ ਵਿੱਚ ਸਰਦਾਰੀ ਹੋਏਗੀ, ਕਿਉਂਕਿ ਅਸੀਂ ਇਸ ਦੇ ਲੰਬਰਦਾਰ ਹਾਂ 400 ਸਾਲਾਂ ਤੋਂ 500 ਸਾਲਾਂ ਤੋਂ ਇਸ ਤਰ੍ਹਾਂ ਦੇ ਵਰਤਾਰੇ ਦੇ। ਸੋ ਇਹ ਕਿਸਾਨਾਂ ਦੇ ਨਾਲ ਮਿਲ ਕੇ ਬਣਨੀ ਚਾਹੀਦੀ ਹੈ। ਜੇ ਇਹ ਕਿਸਾਨ ਨਹੀਂ ਪੋਲਿਟਿਕਸ ਦੇ ਵਿੱਚ ਪਾਰਟ ਲੈਂਦੇ ਤਾਂ ਇਹਨੂੰ ਚਾਹੀਦਾ ਹੈ ਕਿ ਇਹ ਦੂਸਰੇ ਲੋਕਾਂ ਨੂੰ, ਜਿਹੜੇ ਆਪਣੇ ਨੌਜਵਾਨ ਬੱਚੇ ਹਨਗੇ, ਉਹਨਾਂ ਨੂੰ ਇਹ ਪਾਰਟੀ ਬਣਾ ਕੇ ਦੇਣ ਔਰ ਉਹਨਾਂ ਨੂੰ ਕਹਿਣ ਕਿ ਉਹ ਇਸ ਦੇ ਵਿੱਚ ਸਿਆਸਤ ਦੇ ਵਿੱਚ ਹਿੱਸਾ ਲੈਣ। ਜੇ ਇਹ ਇੰਨਾ ਕੁਝ ਨਹੀਂ ਕਰਦੇ ਤਾਂ ਫਿਰ ਦੂਸਰੇ ਲੋਕਾਂ ਨੂੰ ਕਰਨਾ ਪਏਗਾ। ਔਰ ਮੈਂ ਦੇਖ ਰਿਹਾ ਕਿ ਇਸ ਤਰ੍ਹਾਂ ਦਾ ਉਭਾਰ ਲੋਕਾਂ ਦੇ ਵਿੱਚ ਆ ਰਿਹਾ ਹੈ। ਲੋਕ ਸਮਝ ਰਹੇ ਨੇ ਕਿ ਸਾਡੀ ਹੋਣੀ ਸਿਰਫ ਕਤਲ ਹੋਣਾ ਨਹੀਂ। ਇਹ ਜਿਵੇਂ ਭੇਡਾਂ ਦੇ ਤੇ ਬੱਕਰੀਆਂ ਦੇ ਵਿੱਚ ਰੱਖਿਆ ਹੁੰਦਾ ਇਹਨਾਂ ਨੂੰ, ਕਸਾਈਆਂ ਨੇ ਬੱਕਰੀਆਂ ਨੂੰ, ਤੇ ਜਦੋਂ ਮਰਜ਼ੀ ਫੜ ਕੇ ਕਤਲ ਕਰ ਦਿੰਦੇ ਨੇ। ਇਹ ਸਾਡੀ ਹੋਣੀ ਨਹੀਂ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਇਸ ਤਰ੍ਹਾਂ ਦੀ ਬੇਅਦਬੀ ਹੁੰਦੀ ਰਹੇ ਸਾਰੀ ਉਮਰ, ਅਸੀਂ ਇਹ ਬਰਦਾਸ਼ਤ ਨਹੀਂ ਕਰਦੇ। ਅਸੀਂ ਇਸ ਨੂੰ ਬਦਲਣਾ ਚਾਹੁੰਦੇ ਹਾਂ। ਸਾਡਾ ਪਾਣੀ ਲੁੱਟ ਕੇ ਦੂਸਰੇ ਪ੍ਰਦੇਸ਼ਾਂ ਨੂੰ ਜਾਂਦਾ ਰਹੇ, ਔਰ ਜਿਹੜਾ ਪਾਣੀ ਇਹਨਾਂ ਦੇ ਕੋਲੇ ਹੈਗਾ, ਸਿਰਫ ਇਹ ਪੰਜਾਬ ਦੇ ਵਿੱਚੋਂ ਪਾਣੀ ਲੁੱਟਣ ਦੀ ਸਕੀਮ ਹੈ। ਹੁਣ ਦੇਖੋ, ਰਾਜਸਥਾਨ ਦੇ ਵਿੱਚ ਇੱਕ ਸਟੱਡੀ ਹੋਈ, ਇੰਟਰਨੈਸ਼ਨਲ ਅਮਰੀਕਾ ਦੇ ਵਿੱਚ ਸਟੱਡੀ ਹੋਈ ਰਾਜਸਥਾਨ ਦੀ ਨਹਿਰ ਦੇ ਬਾਰੇ। ਉਸ ਦੇ ਵਿੱਚ ਦੱਸਿਆ ਗਿਆ ਕਿ ਜੇ 147 ਯੂਨਿਟ ਪੰਜਾਬ ਤੋਂ ਚੱਲਦੇ ਨੇ ਪਾਣੀ ਦੇ, ਤਾਂ ਸਿਰਫ 22 ਯੂਨਿਟ ਰਾਜਸਥਾਨ ਦੇ ਵਿੱਚ ਪਹੁੰਚਦੇ ਨੇ। ਬਾਕੀ ਦੇ ਸਾਰੇ ਰਾਹ ਦੇ ਵਿੱਚ ਖਤਮ ਹੋ ਜਾਂਦੇ ਨੇ, ਉਹ ਭਾਪ ਬਣ ਕੇ ਉੱਡ ਜਾਂਦੇ ਨੇ। ਸੋ ਇਹ ਪਾਣੀ ਸਾਡਾ ਬਰਬਾਦ ਕਰ ਰਹੇ ਹੈ, ਉੱਥੇ ਪਹੁੰਚ ਨਹੀਂ ਰਿਹਾ ਉਹਨਾਂ ਨੂੰ। ਔਰ ਇੱਥੇ ਸਾਡਾ ਧਰਤੀ ਮਾਰੂਥਲ ਬਣ ਰਹੀ ਹੈ। ਜੇ ਇੰਨੇ ਹਾਲਾਤ ਇਹੋ ਜਿਹੇ ਹੁੰਦਿਆਂ ਹੋਇਆਂ ਸਾਨੂੰ ਜਾਗਰਤੀ ਨਹੀਂ ਆਉਂਦੀ, ਤਾਂ ਫਿਰ ਤਾਂ ਇਹ ਲੱਗਦਾ ਵੀ ਅਸੀਂ ਫਿਰ ਮਰਨ ਦੇ ਹੀ ਕਾਬਲ ਹਾਂ। ਸੋ ਇਸ ਵਾਸਤੇ ਮੈਨੂੰ ਪਤਾ ਹੈ ਕਿ ਇੱਥੋਂ ਦੇ ਲੋਕ ਬੜੇ ਸਿਆਣੇ ਹਨਗੇ। ਇਹਨਾਂ ਨੂੰ ਪਤਾ ਹੈਗਾ ਕਿ ਅਸੀਂ ਜਿਉਂਦੇ ਰਹਿਣਾ ਹੈ। ਅਸੀਂ ਇਹ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਇਹ ਜਿਹੜਾ ਦੀਵਾ ਹੈ ਸੱਚ ਦਾ ਤੇ ਧਰਮ ਦਾ, ਇਹ ਜਗਾਈ ਰੱਖਣਾ। ਇਸ ਕਰਕੇ ਸਾਰੇ ਇਕੱਠੇ ਹੋਣਗੇ ਤੇ ਇਸ ਦਾ ਇਹਨਾਂ ਦੀ ਜਿਹੜੇ ਪ੍ਰੋਪੇਗੈਂਡੇ ਦਾ ਮੁਕਾਬਲਾ ਕਰਕੇ ਪੰਜਾਬ ਦੇ ਵਿੱਚ ਘੱਟੋ ਘੱਟ ਇਹ ਆਪਣੀ ਸਿਆਸਤ ਦੇ ਮੋਢੀ ਬਣਨਗੇ ਤੇ ਰਾਜ ਕਰਨਗੇ। ਠੀਕ ਹੈ ਜੀ, ਸਰਦਾਰ ਗੁਰਤੇਜ ਸਿੰਘ ਜੀ, ਅੱਜ ਸਾਡੇ ਨਾਲ ਇਹਨਾਂ ਮਸਲਿਆਂ ਤੇ ਇਹਨਾਂ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ 47 ਦੇ ਵਿੱਚ ਸੰਵਿਧਾਨ ਦੀ ਘਾੜਤ ਤੋਂ ਲੈ ਕੇ ਤੇ ਮੌਜੂਦਾ ਜੋ ਸਿਆਸਤ ਦਾ ਪ੍ਰਸੰਗ ਚੱਲ ਰਿਹਾ ਉਹਦੇ ਬਾਰੇ ਆਪਣਾ ਨਜ਼ਰੀਆ, ਆਪਣੇ ਵਿਚਾਰ ਪੇਸ਼ ਕੀਤੇ ਨੇ। ਤੇ ਅਗਾਂਹ ਤੋਂ ਵੀ ਜਿਹੜੇ ਇਹੋ ਜਿਹੇ ਮਸਲੇ ਨੇ, ਇਹੋ ਜਿਹੇ ਇਸ਼ੂ ਨੇ, ਉਹਨਾਂ ਦੇ ਉੱਤੇ ਅਸੀਂ ਤੁਹਾਡੀ ਜਿਹੜੀ ਰਾਏ ਆ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਵਾਉਂਦੇ ਰਹਾਂਗੇ। ਤੁਹਾਡਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਇਹ ਮੈਨੂੰ ਮੌਕਾ ਦਿੱਤਾ ਲੋਕਾਂ ਦੇ ਨਾਲ ਗੱਲ ਕਰਨ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।